ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ। ਉਹਨਾਂ ਚੱਲ ਰਹੀਆਂ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਉ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੁਡਤ ਥੇ, ਕਬਹੁ ਮਿਟ ਹੈ ਨਹੀਂ ਰੇ ਪਛਤਾਇਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪ੍ਰੇਮ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭੱਟ ਮਥੁਰਾ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸਵਈਏ ਮਹੱਲੇ ਪੰਜਵੇਂ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1409 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਭੱਟ ਮਥੁਰਾ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ੋਭਾ ਨੂੰ, ਉਹਨਾਂ ਦੀ ਵਡਿਆਈ ਨੂੰ ਫਿਰ ਗਾਇਨ ਕਰ ਰਹੇ। ਔਰ ਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਨੂੰ ਗਾਉਂਦਿਆਂ ਹੋਇਆਂ ਉਹਨਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ। ਕਿ ਜਦੋਂ ਤੱਕ ਮਸਤਕ ਦੇ ਭਾਗ ਕਰਮ ਨਹੀਂ, ਉਨਾ ਚਿਰ ਜੀਵ ਭਟਕਦਾ ਭਰਮਦਾ ਹੈ। ਪਰ ਜਦੋਂ ਉਹੀ ਜੀਵ ਕਿਰਪਾ ਦਾ ਪਾਤਰ ਬਣ ਜਾਏ, ਉਹਦੀ ਜ਼ਿੰਦਗੀ ਵਿਚਲੀ ਭਟਕਣਾ ਜਿਹੜੀ ਹੈ ਉਹ ਮੁੱਕ ਜਾਂਦੀ ਹੈ। ਕਿਉਂਕਿ ਉਹਨੂੰ ਇੱਕ ਧੁਰਾ, ਉਹਦਾ ਮੂਲ, ਉਹਦਾ ਮੁੱਢ ਜਿਹੜਾ ਉਹ ਮਿਲ ਗਿਆ।
ਗਤੀ ਜ਼ਿੰਦਗੀ ਵਿੱਚ ਉਨਾ ਚਿਰ ਹੈ ਜਿੰਨਾ ਚਿਰ ਮੰਜ਼ਿਲ ਨਹੀਂ। ਜਦੋਂ ਮੰਜ਼ਿਲ ਮਿਲ ਜਾਂਦੀ ਹੈ ਉਦੋਂ ਗਤੀ ਰੁਕ ਜਾਇਆ ਕਰਦੀ ਹੈ, ਉਦੋਂ ਕਦਮ ਰੁਕ ਜਾਂਦੇ ਨੇ ਜਦੋਂ ਮੰਜ਼ਿਲ ਮਿਲ ਜਾਂਦੀ। ਤੇ ਜਿੰਨਾ ਚਿਰ ਮੰਜ਼ਿਲ ਨਾ ਮਿਲੇ ਉਨਾ ਚਿਰ ਮੰਜ਼ਿਲ ਦੀ ਭਾਲ ਵਿੱਚ ਜੀਵ ਕਦੇ ਕਿਸੇ ਪਾਸੇ ਤੇ ਕਦੇ ਕਿਸੇ ਪਾਸੇ ਭਟਕਦਾ, ਰਸਤਿਆਂ ਦੇ ਉੱਤੇ ਭਟਕਦਾ ਹੋਇਆ ਆਪਣੀ ਮੰਜ਼ਿਲ ਨੂੰ ਲੱਭਣ ਦੀ ਕੋਸ਼ਿਸ਼ ਕਰਦਾ, ਯਤਨ ਕਰਦਾ। ਭੱਟ ਜੀ ਨੇ ਅੱਜ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਜਬ ਲਾਓ ਨਹੀਂ ਭਾਗ ਲਲਾਰ ਉਹਦਾ। ਲਿਲਾਰ ਲਫ਼ਜ਼ ਬਣਿਆ ਲਿਲਾਟ ਤੋਂ। ਲਿਲਾਟ ਦਾ ਮਤਲਬ ਹੁੰਦਾ ਮੱਥਾ, ਮਸਤਕ। ਜਬ ਲਾਓ ਨਹੀਂ ਭਾਗ, ਜਿੰਨਾ ਚਿਰ ਭਾਗ ਨਹੀਂ ਲਿਲਾਰ ਉਦੈ, ਲਿਲਾਰ ਦੇ ਉਦੈ ਹੋਏ, ਭਾਵ ਮਸਤਕ ਦੇ ਜਿਤਨਾ ਚਿਰ ਭਾਗ ਨਹੀਂ ਸਨ, ਪ੍ਰਗਟ ਨਹੀਂ ਹੋਏ, ਉਹਨਾਂ ਚਿਰ ਕੀ ਹੋਇਆ? ਤਬ ਲਾਓ ਭ੍ਰਮਤੇ ਫਿਰਤੇ ਬਹੁਤ ਆਇਓ। ਉਹਨਾਂ ਚਿਰ ਬੜੀ ਭਟਕਣਾ, ਭ੍ਰਮਣ ਸੀ, ਉਹਨਾਂ ਚਿਰ ਬੜਾ ਫਿਰੇ, ਬੜਾ ਦੌੜੇ। ਤੇ ਹੁਣ ਚੰਗੇ ਕਰਮ ਨੇ, ਜਿਨ੍ਹਾਂ ਕਰਮਾਂ ਦੇ ਸਦਕਾ ਗੁਰੂ ਅਰਜਨ ਸਾਹਿਬ ਜੀ ਦਾ ਦਰ, ਗੁਰੂ ਅਰਜਨ ਸਾਹਿਬ ਜੀ ਦੇ ਘਰ ਦੀ ਪ੍ਰਾਪਤੀ ਹੋਈ ਹੈ। ਗੁਰੂ ਸਾਹਿਬ ਦੀ ਬਾਣੀ ਨੂੰ ਕਿਤੇ ਪੜ੍ਹੋ, ਮਾਲਕ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਆ, ਦੱਸਦੇ ਨੇ ਵੀ ਜਦੋਂ ਕਿਤੇ ਜਾ ਕੇ ਜੀਵ ਦੇ ਚੰਗੇ ਕਰਮਾਂ ਦੀ ਬਾਤ ਆਉਂਦੀ ਹੈ, ਜਾਂ ਜੀਵ ਦਾ ਗੁਰੂ ਨਾਲ ਮੇਲ ਹੁੰਦਾ, ਗੁਰੂ ਦਾ ਮਿਲਾਪ ਹੁੰਦਾ, ਜਾਂ ਗੁਰੂ ਦੇ ਦਰਸ਼ਨ ਹੁੰਦੇ ਨੇ, ਤੇ ਉਹ ਸਾਰੇ ਦਾ ਸਾਰਾ ਖੇਡ ਕਲਾ ਉਦੋਂ ਵਾਪਰਦੀ ਜਦੋਂ ਜੀਵ ਦੇ ਕਰਮ, ਉਹਦੇ ਭਾਗਾਂ ਦੀ ਬਾਤ ਆਉਂਦੀ ਹੈ। ਆਪਣੇ ਕਰਮਾਂ ਨੂੰ ਜਦੋਂ ਜੀਵ ਤਬਦੀਲ ਕਰਦਾ ਨਾ, ਉਦੋਂ ਭਾਗ ਜਿਹੜੇ ਉਹ ਬਣਦੇ। ਹੁਣ ਇਨਸਾਨ ਆਪਣੇ ਕਰਮਾਂ ਨੂੰ ਤਬਦੀਲ ਨਾ ਕਰੇ ਤੇ ਸ਼ਿਕਵਾ ਕਰਕੇ ਬੈਠਾ ਰਹੇ ਵੀ ਮੇਰੇ ਭਾਗ ਹੀ ਨਹੀਂ, ਇਹ ਤੇ ਬਦਕਿਸਮਤੀ ਹੋਈ ਨਾ। ਇਹਨੇ ਕਰਮ ਬਦਲੇ ਨਹੀਂ। ਜਿਹਨੂੰ ਸੌਖੇ ਜੇ ਆਪਾਂ ਤਰੀਕੇ ਨਾਲ ਸਮਝਣਾ ਹੋਵੇ ਤੇ ਇਸ ਢੰਗ ਨਾਲ ਸਮਝ ਸਕਦੇ ਹਾਂ। ਇੱਕ ਇਨਸਾਨ ਐਸਾ ਹੈ ਵੀ ਜਿਹੜਾ ਵਿਕਾਰਾਂ ਵਿੱਚ ਫਸਿਆ ਪਿਆ, ਖਚਤ ਹੋਇਆ ਪਿਆ। ਉਹ ਦਿਨੇ ਵੀ ਵਿਕਾਰ ਕਮਾਉਂਦਾ, ਰਾਤ ਵੀ ਵਿਕਾਰ ਕਮਾਉਂਦਾ, ਸਾਰਾ ਦਿਨ ਵਿਕਾਰ ਕਮਾਈ ਜਾਂਦਾ ਹੈ। ਉਹਦਾ ਕਰਮ ਬਣ ਗਿਆ, ਕਮਾਈ ਗਿਆ, ਵਿਕਾਰ ਕਮਾਉਂਦਾ ਰਿਹਾ। ਹੁਣ ਉਹਨੂੰ ਜੇ ਆਪਾਂ ਕਹੀਏ ਵੀ ਸੱਜਣਾ ਚੱਲ ਧਰਮ ਸਥਾਨ ਤੇ ਆ ਜਾ, ਕੁਛ ਭਲੇ ਦਾ ਵੀ ਕਰ ਲਾ, ਉਹ ਆਪਣੇ ਕਰਮ ਬਦਲੇ ਨਾ। ਉਹ ਫੇਰ ਕਵੇ ਵੀ ਨਹੀਂ ਸੱਜਣਾ ਮੇਰੇ ਕੋਲ ਸਮਾਂ ਕੋਈ ਨਹੀਂ, ਮੇਰੇ ਕੋਲ ਇੰਨਾ ਟਾਈਮ ਕਿੱਥੇ ਵੀ ਮੈਂ ਤੇਰੇ ਨਾਲ ਚੱਲਾਂ ਧਾਰਮਿਕ ਸਥਾਨ ਤੇ, ਮੇਰਾ ਤੇ ਨੁਕਸਾਨ ਬੜਾ ਹੋ ਜਾਣਾ। ਉਹ ਫਿਰ ਵਿਕਾਰਾਂ ਵਿੱਚ ਖਚਤ ਹੋਇਆ ਬੈਠਾ। ਹੁਣ ਉੱਥੇ ਫਿਰ ਵਿਕਾਰਾਂ ਵਿੱਚ ਖਚਤ ਹੋਇਆ ਬੈਠਾ ਇਹ ਕਹੀ ਜਾਵੇ ਵੀ ਮੇਰੇ ਭਾਗ ਨਹੀਂ। ਭਾਗ ਤੇ ਕਰਮਾਂ ਨੂੰ ਤਬਦੀਲ ਕਰਕੇ ਹੀ ਬਣਨਗੇ ਨਾ। ਜੇ ਤੈਨੂੰ ਕਿਸੇ ਨੇ ਆ ਕੇ ਪ੍ਰੇਰਨਾ ਦਿੱਤੀ ਜਾਂ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ, ਤੈਨੂੰ ਆਖਿਆ ਵੀ ਚੱਲ ਆ ਮੈਂ ਤੇਰੀ ਬਾਹ ਪਕੜ ਕੇ ਤੈਨੂੰ ਸਿੱਧੇ ਰਸਤੇ ਤੇ ਲੈ ਕੇ ਚੱਲਾਂ, ਬਹੁਤਾ ਨਹੀਂ ਤੇ ਆਪਾਂ ਧਰਮ ਸਥਾਨ ਤੇ ਹੀ ਚਲੇ ਚੱਲਦੇ ਆਂ, ਵੀ ਸਾਰਾ ਦਿਨ ਵਿਕਾਰ ਵੀ ਤੇ ਕਮਾਈ ਜਾਂਦਾ। ਹੁਣ ਉਹ ਧਰਮ ਸਥਾਨ ਤੇ ਆਏਗਾ ਤੇ ਤਬਦੀਲੀ ਆਏਗੀ ਨਾ, ਫੇਰ ਹੀ ਉਹਦੇ ਭਾਗ ਚੰਗੇ ਬਣਨਗੇ। ਜੇ ਹੁਣ ਉਹ ਕੰਮ ਵੀ ਮਾੜੇ ਕਰੀ ਜਾਂਦਾ, ਮੰਦੇ ਕਰੀ ਜਾਂਦਾ, ਭਾਗ ਉਹਦੇ ਆਪੇ ਮੰਦੇ ਬਣੀ ਜਾਣੇ। ਜਿਵੇਂ ਜਿਵੇਂ ਉਹਦੇ ਭੈੜੇ ਕਰਮਾਂ ਵਿੱਚ ਵਾਧਾ ਹੁੰਦਾ ਜਾਏਗਾ, ਤਿਵੇਂ ਤਿਵੇਂ ਉਹ ਭਾਗਾਂ ਤੋਂ ਹੀਣਾ ਹੁੰਦਾ ਜਾਏਗਾ। ਤੇ ਜਦੋਂ ਉਹ ਚੰਗੇ ਕਰਮ ਕਰਨ ਲੱਗ ਜਾਂਦਾ, ਮਤਲਬ ਆਪਣੇ ਵਿਕਾਰਾਂ ਭਰੇ ਕੰਮਾਂ ਨੂੰ ਛੱਡ ਕੇ ਨਿਰਵਿਕਾਰ ਕਰਮ ਜਿਹੜੇ ਉਹ ਕਰਨ ਲੱਗ ਜਾਂਦਾ ਹੈ, ਉਦੋਂ ਜੀਵ ਦੇ ਜੀਵਨ ਵਿੱਚੋਂ ਭਟਕਣਾ ਵੀ ਮੁੱਕਣ ਲੱਗ ਜਾਂਦੀ ਤੇ ਚੰਗੇ ਭਾਗਾਂ ਦਾ ਉਹ ਮਾਲਕ ਬਣਨ ਲੱਗ ਜਾਂਦਾ। ਇਸ ਬਾਤ ਨੂੰ ਜਦੋਂ ਸਮਝੋਗੇ ਨਾ, ਤੇ ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਉਹਨਾਂ ਨਾ ਪਾਰੇ ਦੀ ਗੱਲ ਕੀਤੀ
ਕਹਿੰਦੇ ਵੀ ਜਿਵੇਂ ਕੱਚਾ ਪਾਰਾ ਜਿਹੜਾ ਹੈ, ਹੁਣ ਜੇ ਉਹਨੂੰ ਕੋਈ ਖਾਣ ਨੂੰ ਆਖੇ ਜਾਂ ਉਹਦਾ ਸੇਵਨ ਕਰਨ ਨੂੰ ਆਖੇ ਤੇ ਬੜਾ ਔਖਾ ਹੈ ਕੱਚੇ ਪਾਰੇ ਨੂੰ ਖਾ ਲੈਣਾ, ਕਿਉਂਕਿ ਕੱਚੇ ਪਾਰੇ ਨੂੰ ਖਾਂਦਿਆਂ ਸਾਰ ਮੌਤ ਹੋ ਜਾਂਦੀ ਹੈ। ਉਸੇ ਵਕਤ ਜੀਵ ਮਰ ਜਾਂਦਾ ਜਦੋਂ ਪਾਰਾ ਅੰਦਰ ਜਾਂਦਾ ਹੈ। ਉਸੇ ਪਾਰੇ ਨੂੰ ਜਦੋਂ ਉਹਦੇ ਵਿਚਲੀ ਮੈਲ ਨੂੰ ਖਤਮ ਕਰਕੇ, ਭਾਵ ਉਹਨੂੰ ਕੱਚੇ ਤੋਂ ਪਕਾ ਲਿਆ ਜਾਏ, ਉਹਦੀ ਮੈਲ ਨੂੰ ਖਤਮ ਕਰ ਲਿਆ ਜਾਏ, ਉਹਨੂੰ ਕਲੰਕ ਰਹਿਤ ਕਰ ਲਿਆ ਜਾਏ, ਫਿਰ ਉਹੀ ਪਾਰਾ ਜ਼ਿੰਦਗੀ ਨੂੰ ਖਤਮ ਕਰਨ ਦੀ ਬਜਾਏ ਜ਼ਿੰਦਗੀ ਦੇਣ ਲੱਗ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਜਿਵੇਂ ਕੱਚਾ ਪਾਰਾ ਜਿਹੜਾ ਨਾ ਮਹਾ ਬਿਖਮ, ਬਹੁਤ ਔਖਾ ਉਹਨੂੰ ਖਾਣਾ, ਉਹ ਖਾਧਾ ਨਹੀਂ ਜਾਂਦਾ ਕੱਚਾ ਪਾਰਾ, ਕਿਉਂਕਿ ਉਹਦਾ ਸੇਵਨ ਕਰਦਿਆਂ ਸਾਰੀ ਜੀਵ ਦੀ ਮੌਤ ਹੈ। ਤੇ ਗੁਰੇਜ਼ ਕਰਦਾ ਕਿਤੇ ਪਾਰੇ ਦੀ ਇੱਕ ਬੂੰਦ ਵੀ ਮੇਰੇ ਅੰਦਰ ਨਾ ਚਲੀ ਜਾਏ। ਹੁਣ ਉਸੇ ਪਾਰੇ ਨੂੰ ਕੀ ਕੀਤਾ, ਨਿਹ ਕਲੰਕ ਕਰ ਲਿਆ ਗਿਆ, ਕਲੰਕ ਤੋਂ ਰਹਿਤ ਕਰ ਲਿਆ ਗਿਆ। ਜਦੋਂ ਉਹਨੂੰ ਕਲੰਕ ਤੋਂ ਰਹਿਤ ਨਿਹ ਕਲੰਕ ਕਰ ਲਿਆ ਗਿਆ, ਹੁਣ ਕਲੰਕਨ ਮਿਟਾਵਈ, ਉਹ ਖੁਦ ਕਲੰਕ ਮਿਟਾਉਣ ਲੱਗ ਗਿਆ, ਸਾਡੇ ਰੋਗਾਂ ਨੂੰ ਖਤਮ ਕਰਨ ਲੱਗ ਗਿਆ। ਕਈ ਰੋਗ ਜੀਵਨ ਦੇ ਵਿੱਚ ਉਹਨੇ ਸਰੀਰਕ ਰੋਗ ਜਿਹੜੇ ਉਹਨਾਂ ਨੂੰ ਕੱਟ ਦਿੱਤਾ ਪਾਰੇ ਦੀ ਵਰਤੋਂ ਦੇ ਨਾਲ। ਫਿਰ ਉਹਨਾਂ ਇੱਕ ਦੂਜੀ ਉਦਾਹਰਣ ਦਿੱਤੀ। ਹੁਣ ਵਸਤੂ ਇੱਕੋ ਹੀ ਹੈ, ਮੈਂ ਲਫ਼ਜ਼ ਇਹ ਤਾਂ ਕਰਕੇ ਆਪ ਜੀ ਦੇ ਅੱਗੇ ਇਹ ਉਦਾਹਰਨ ਰੱਖ ਰਿਹਾ ਕਿ ਇਹ ਨਹੀਂ ਕਿ ਅਸੀਂ ਆਖੀ ਜਾਈਏ ਜੀ ਸਾਡੇ ਭਾਗ ਨਹੀਂ, ਜਿੱਦਣ ਭਾਗ ਬਣਨਗੇ ਉਦਣ ਚੱਲ ਕੇ ਆ ਜਾਾਂਗੇ। ਨਹੀਂ, ਭਾਗ ਬਣਾਉਣੇ ਵੀ ਅਸੀਂ ਨੇ, ਜੇ ਕਰਮ ਹੀ ਤਬਦੀਲ ਨਾ ਕਰਾਂਗੇ। ਹੁਣ ਅਸੀਂ ਕਹੀਏ ਜੀ ਮੈਂ ਤੇ ਆਪਣੇ ਰੋਗ ਕੱਟਣੇ ਚਾਹੁੰਦਾ, ਪਰ ਪਾਰਾ ਮੈਂ ਕੱਚਾ ਹੀ ਸੇਵਨ ਕਰਨਾ, ਤੇ ਫਿਰ ਪਾਰੇ ਦਾ ਥੋੜੀ ਦੋਸ਼ ਹੈ। ਜੇ ਆਪਾਂ ਰੋਗ ਕੱਟਣੇ ਨੇ ਤੇ ਇੱਕ ਚੰਗਾ ਵੈਦ, ਇੱਕ ਚੰਗਾ ਡਾਕਟਰ ਜਿਹੜਾ ਉਹ ਇਹੀ ਸਲਾਹ ਮਸ਼ਵਰਾ ਦੇਗਾ ਨਾ ਵੀ ਸੱਜਣਾ ਮੈਂ ਤੈਨੂੰ ਮੈਡੀਸਿਨ ਦਿੰਨਾ, ਉਹ ਮੈਡੀਸਿਨ ਉਸ ਦਵਾਈ ਨੂੰ ਖਾ, ਤੇਰਾ ਰੋਗ ਕੱਟਿਆ ਜਾਏਗਾ। ਤੇ ਮੈਂ ਕਹਾਂ ਜੀ ਉਹਦੇ ਚ ਪਾਰਾ ਪਾਇਆ ਹੈ, ਤੇ ਡਾਕਟਰ ਕਵੇ ਹਾਂ ਭਾਈ ਪਾਇਆ, ਪਰ ਕਿਸੇ ਤਰੀਕੇ ਨਾਲ ਪਾਇਆ, ਕਿਸੇ ਟੈਕਨੀਕ ਨਾਲ ਪਾਇਆ, ਤੇ ਮਨੁੱਖ ਉੱਥੇ ਬੈਠਾ, ਰੋਗੀ ਉੱਥੇ ਬੈਠਾ ਕਵੇ ਮੈਂ ਸੇਵਨ ਤੇ ਕਰਾਂਗਾ, ਪਰ ਤਾਂ ਜੇ ਕਿਤੇ ਕੱਚਾ ਪਾਰਾ ਦਿਓ। ਹੁਣ ਨਾ ਡਾਕਟਰ ਦਾ ਕਸੂਰ, ਨਾ ਪਾਰੇ ਦਾ ਦੋਸ਼ ਤੇ ਉਸ ਰੋਗੀ ਦਾ, ਜਿਹੜਾ ਆਪਣੇ ਮੂੰਹੋਂ ਆਪਣੀ ਮੌਤ ਮੰਗ ਰਿਹਾ ਵੀ ਮੈਨੂੰ ਕੱਚਾ ਪਾਰਾ ਦਿਓ, ਮੈਂ ਉਹੀ ਸੇਵਨ ਕਰਨਾ। ਇਹੀ ਹਾਲਾਤ ਸਾਡੇ ਬਣ ਜਾਂਦੇ। ਹੁਣ ਗੁਰੂ ਨੇ ਸਾਨੂੰ ਸਮਝਾਉਣਾ ਵੀ ਸੱਜਣਾ ਮਾੜੇ ਕਰਮ ਛੱਡ ਤੇ ਚੰਗੇ ਪਾਸੇ ਆ ਜਾ। ਮਾੜੇ ਕਰਮ ਛੱਡ ਕੇ ਚੰਗੇ ਪਾਸੇ ਆਵਾਂਗੇ ਤੇ ਭਾਗਾਂ ਵਾਲੇ ਬਣ ਜਾਾਂਗੇ, ਨਹੀਂ ਆਵਾਂਗੇ ਤੇ ਭਾਗਾਂ ਤੋਂ ਹੀਣੇ। ਤੇ ਹਾਂ ਹੀ ਨਾ, ਭਾਗਾਂ ਤੋਂ ਹੀਣੇ ਹੋਣ ਕਰਕੇ ਅਸੀਂ ਆਪਣੇ ਭੈੜੇ ਕਰਮਾਂ ਵਿੱਚ ਹੋਰ ਖਚਤ ਹੁੰਦੇ ਜਾ ਰਹੇ ਹਾਂ, ਫਸਦੇ ਜਾ ਰਹੇ ਹਾਂ। ਗੁਰੂ ਨੇ ਦਰਸਾਉਣਾ ਸੀ ਸਿੱਧੇ ਰਸਤੇ ਆ ਜਾ ਸੱਜਣਾ, ਆ ਤੈਨੂੰ ਸਿੱਧੇ ਮਾਰਗ ਦੇ ਉੱਤੇ ਪਾਵਾਂ, ਤੇ ਸਿੱਧੇ ਮਾਰਗ ਦੇ ਉੱਤੇ ਤੋਰਦਿਆਂ ਹੋਇਆਂ ਤੇਰੇ ਜੀਵਨ ਨੂੰ ਰੋਗਾਂ ਤੋਂ ਰਹਿਤ ਕਰਾਂ। ਤੇ ਮੈਂ ਉੱਥੇ ਗੁਰੂ ਅੱਗੇ ਸਵਾਲ ਇਹ ਕਰਕੇ ਬੈਠਾ ਰਵਾਂ ਵੀ ਸਤਿਗੁਰੂ ਮੇਰੇ ਤੇ ਭਾਗ ਹੀ ਮੰਦੇ ਨੇ, ਮੈਂ ਕਿੱਥੇ ਤੇਰੇ ਦਰ ਤੇ ਆ ਜਾਣਾ। ਭਾਗ ਉਹੀ ਨੇ, ਸਾਡੇ ਕਰਮਾਂ ਦੇ ਆਧਾਰ ਉੱਤੇ ਕਿੱਦਾਂ ਦੇ ਬਣਦੇ, ਫੈਸਲਾ ਇੱਥੇ ਬੈਠਾ ਹੈ। ਹੁਣ ਜੇ ਆਪਾਂ ਭੱਟ ਸਾਹਿਬਾਨਾਂ ਦੀ ਹੀ ਗੱਲ ਕਰ ਲਈਏ, ਜਿਹੜੇ ਚੱਲ ਕੇ ਆਏ ਨੇ, ਭੱਟ ਮਥੁਰਾ ਜੀ ਕਹਿ ਰਹੇ ਖੁਦ ਕਿ ਜਿੰਨਾ ਚਿਰ ਮਸਤਕ ਦੇ ਭਾਗ ਨਹੀਂ ਸੀ ਉਹਨਾਂ ਚਿਰ ਭਟਕਦੇ ਰਹੇ। ਹੁਣ ਇਹ ਥੋੜੀ ਉਹਨਾਂ ਭਟਕਦਿਆਂ ਨੇ ਇਹ ਕਹਿਤਾ ਸੀ ਵੀ ਸਾਡੇ ਭਾਗ ਹੀ ਮਾੜੇ, ਅਸੀਂ ਕਿੱਥੇ ਗੁਰੂ ਦਰ ਤੇ ਪਹੁੰਚ ਜਾਣਾ। ਭਟਕਦੇ ਰਹੇ, ਕੋਸ਼ਿਸ਼ ਕਰਦੇ ਰਹੇ, ਯਤਨ ਕਰਦੇ ਰਹੇ, ਇੱਕ ਦਿਨ ਐਸਾ ਮਿਲ ਗਿਆ, ਆ ਗਏ ਦਰ ਤੇ, ਮਿਲਾਪ ਹੋ ਗਿਆ ਗੁਰੂ ਨਾਲ, ਮੇਲ ਹੋ ਗਿਆ ਗੁਰੂ ਨਾਲ। ਦੂਜੀ ਉਦਾਹਰਨ ਉਹਨਾਂ ਨੇ ਪਤਾ ਕੀ ਦਿੱਤੀ, ਕਹਿੰਦੇ ਮਨ ਜਿਹੜਾ ਹੈ ਨਾ, ਮਨ, ਭਾਈ ਗੁਰਦਾਸ ਜੀ ਨੇ ਕਹਿੰਦੇ ਮਨ ਜਿਹੜਾ ਹੈ, ਇਹਨੂੰ ਜਦੋਂ ਸ਼ਬਦ ਦੀ ਵਿਚਾਰ ਦੇ ਨਾਲ ਆਪਾਂ ਮਾਰ ਲਈ ਤੇ ਨਾ, ਤੈਸੇ ਮਨ ਸ਼ਬਦ ਵਿਚਾਰ ਮਾਰ, ਮਨ ਨੂੰ ਸ਼ਬਦ ਦੀ ਵਿਚਾਰ ਨਾਲ ਮਾਰ ਕੇ ਹਉਮੈ ਮੇਟ, ਅਹੰਕਾਰ ਨੂੰ ਮਿਟਾ ਕੇ
ਪਰ ਉਪਕਾਰੀ ਬਣ ਜਾਂਦਾ। ਫਿਰ ਇਹੀ ਮਨ ਜਿਹੜਾ ਹੈ, ਮਨ ਨੂੰ ਸ਼ਬਦ ਦੀ ਵਿਚਾਰ ਨਾਲ ਮਾਰਨਾ। ਸ਼ਬਦ ਦੀ ਵਿਚਾਰ ਨਾਲ ਜਦੋਂ ਮਨ ਮਰਿਆ, ਇਹ ਵਿਕਾਰਾਂ ਤੋਂ ਰਹਿਤ ਹੋ ਗਿਆ, ਇਹਨੇ ਹਉਮੈ ਨੂੰ ਖਤਮ ਕਰ ਲਿਆ। ਤੇ ਜਦੋਂ ਹਉਮੈ ਖਤਮ ਹੋਈ, ਇਹ ਪਰ ਉਪਕਾਰੀ ਬਿਰਤੀ ਦਾ ਮਾਲਕ ਬਣ ਗਿਆ। ਹੁਣ ਜਦੋਂ ਪਰ ਉਪਕਾਰੀ ਬਿਰਤੀ ਦਾ ਮਾਲਕ ਬਣਿਆ ਤੇ ਇਹਨੇ ਆਪਣੇ ਜੀਵਨ ਦੇ ਵਿੱਚੋਂ ਵਿਕਾਰ ਖਤਮ ਕਰ ਲਏ, ਇਹਦੇ ਜ਼ਿੰਦਗੀ ਵਿੱਚੋਂ ਵਿਕਾਰਾਂ ਤੋਂ ਛੁਟਕਾਰਾ ਹੋ ਗਿਆ। ਖੇਡ ਉਹੀ ਹੈ, ਮਨ ਉਹੀ ਹੈ। ਬਸ ਇੱਕ ਮਨ ਉਹ ਹੈ ਜਿਹੜਾ ਅਜੇ ਤੱਕ ਵਿਚਾਰ, ਸ਼ਬਦ ਦੀ ਵਿਚਾਰ ਕਰਨ ਵਾਲੇ ਪਾਸੇ ਆਇਆ ਕੋਈ ਨਹੀਂ। ਤੇ ਇੱਕ ਮਨ ਉਹ ਹੈ ਜਿਹਨੇ ਸ਼ਬਦ ਦੀ ਵਿਚਾਰ ਕਰਨੀ ਸ਼ੁਰੂ ਕਰ ਲਈ ਹੈ। ਹੁਣ ਜਿਹੜਾ ਵਿਚਾਰ ਵਾਲੇ ਪਾਸੇ ਆਇਆ ਨਹੀਂ, ਉਹ ਵਿਕਾਰਾਂ ਵਿੱਚ ਬੈਠਾ, ਤੇ ਜਿਹੜਾ ਵਿਚਾਰ ਵਾਲੇ ਪਾਸੇ ਆ ਗਿਆ, ਉਹ ਵਿਕਾਰਾਂ ਤੋਂ ਉਪਰਾਮ ਹੋ ਗਿਆ। ਤੇ ਜਿੰਨਾ ਚਿਰ ਮਨ ਵਿਕਾਰੀ ਹੈ, ਪਰ ਉਪਕਾਰੀ ਹੋ ਨਹੀਂ ਸਕਦਾ। ਪਰ ਉਪਕਾਰ ਤੇ ਮੈਂ ਉਦੋਂ ਹੀ ਕਰਾਂਗਾ ਨਾ ਜਦੋਂ ਆਪਣਾ ਮਤਲਬ ਛੱਡਾਂਗਾ, ਮੈਂ ਮਤਲਬ ਪ੍ਰਸਤੀ ਦੀ ਜਗ੍ਹਾ ਦੇ ਉੱਤੇ ਪਰ ਉਪਕਾਰੀ ਬਿਰਤੀ ਧਾਰਨ ਕਰਾਂਗਾ, ਫੇਰ ਹੀ ਕਿਤੇ ਜਾ ਕੇ ਮਨ ਪਰ ਉਪਕਾਰੀ ਹੋਏਗਾ ਨਾ। ਮੈਂ ਕਹਾਂ ਮੈਂ ਸੈਲਫਿਸ਼ ਹਾਂ ਤੇ ਮੈਂ ਹਰ ਕਰਮ ਸੈਲਫਿਸ਼ਨੈਸ ਦੇ ਨਾਲ ਰੱਖੀ ਕਰੀ ਜਾਵਾਂ, ਮਤਲਬ ਪ੍ਰਸਤ ਹੋ ਕੇ ਕਰਮ ਕਰੀ ਜਾਵਾਂ, ਤੇ ਫਿਰ ਮੈਂ ਕਹਾਂ ਜੀ ਮੇਰਾ ਮਨ ਤੇ ਪਰ ਉਪਕਾਰੀ ਬਣਦਾ ਹੀ ਨਹੀਂ। ਮਨ ਨੇ ਤੇ ਪਰਉਪਕਾਰੀ ਉਦਣ ਹੀ ਬਣਨਾ ਨਾ ਜਿੱਦਣ ਅਸੀਂ ਆਪਣਾ ਮਤਲਬ ਛੱਡ ਕੇ ਕਿਸੇ ਦੂਸਰੇ ਦੇ ਭਲੇ ਵਾਸਤੇ ਕੁਝ ਕਰਾਂਗੇ। ਮਨ ਉਦਣ ਪਰਉਪਕਾਰੀ ਹੈ, ਤੇ ਪਰਉਪਕਾਰੀ ਉਦਣ ਹੀ ਬਣੇਗਾ ਜਿੱਦਣ ਮੇਰਾ ਲਾਲਚ ਮੁੱਕੇਗਾ। ਜਿੰਨਾ ਚਿਰ ਮੈਨੂੰ ਇਹ ਹੈ ਵੀ ਮੇਰੀਆਂ ਜੇਬਾਂ ਭਰੀਆਂ ਰਹਿਣ, ਮੈਂ ਕਿਸੇ ਨੂੰ ਆਪਣੇ ਕੋਲੋਂ ਕੀ ਦੇ ਦਿਆਂਗਾ। ਜਿੰਨਾ ਚਿਰ ਮੇਰੀ ਆਪਣੀ ਬਿਰਤੀ ਹੈ ਕਿ ਮੈਂ ਹੋਰ ਜੋੜ ਲਾਂ, ਆਪਣਾ ਘਰ ਭਰ ਲਾਂ, ਆਪਣਾ ਘਰ ਭਰ ਕੇ ਮੈਂ ਇੱਕ ਹੋਰ ਥਾਂ ਬਣਾਵਾਂ, ਉਹਨੂੰ ਵੀ ਭਰ ਲਾਂ, ਮੈਂ ਦੂਜੇ ਨੂੰ ਪੰਜੀ ਵੀ ਨਹੀਂ ਆਪਣੇ ਕੋਲੋਂ ਦੇ ਸਕਦਾ। ਪਰਉਪਕਾਰੀ ਤੇ ਬੜੀ ਦੂਰ ਦੀ ਗੱਲ ਹੈ। ਹਾਂ, ਜਿਸ ਦਿਨ ਦੂਜੇ ਨੂੰ ਦੇਣ ਦੀ ਭਾਵਨਾ ਆ ਗਈ, ਉਦਣ ਹੀ ਆਏਗੀ ਜਿੱਦਣ ਆਪ ਜੋੜਨ ਦੀ ਭਾਵਨਾ ਮੁੱਕ ਜੇਗੀ। ਜਿੱਦਣ ਤ੍ਰਿਸ਼ਨਾ ਮੁੱਕ ਗਈ, ਜਿੱਦਣ ਲਾਲਸਾ ਮੁੱਕ ਗਈ, ਵਿਕਾਰ ਤੋਂ ਰਹਿਤ ਹੋ ਗਿਆ, ਉਦਣ ਦੂਜੇ ਨੂੰ ਦੇਣ ਦੀ ਭਾਵਨਾ ਆਉਣੀ ਹੈ। ਤੇ ਉਸ ਦਿਨ ਫਿਰ ਇਹ ਨਹੀਂ ਵੇਖਾਂਗਾ ਕਿ ਮੇਰੀ ਜੇਬ 'ਚ ਕੁਝ ਹੈ ਕਿ ਨਹੀਂ, ਫਿਰ ਉਹੀ ਹਾਲਾਤ ਬਣ ਜਾਣਗੇ, ਅਣਹੋਂਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਪਰ ਪਹਿਲੋਂ ਮਨ ਨੂੰ ਪਰਉਪਕਾਰੀ ਵੀ ਬਣਾਉਣਾ ਪੈਣਾ। ਇਸੇ ਤਰ੍ਹਾਂ ਅੱਜ ਭੱਟ ਜੀ ਨੇ ਜਿਹੜਾ ਜ਼ਿਕਰ ਕੀਤਾ ਨਾ, ਕਹਿੰਦੇ ਜਬ ਲਾਓ ਨਹੀਂ ਭਾਗ ਲਿਲਾਰ ਉਦੈ, ਜਦੋਂ ਤੱਕ ਮਸਤਕ ਦੇ ਭਾਗ ਪ੍ਰਗਟ ਨਹੀਂ ਹੋਏ ਉਹਨਾਂ ਚਿਰ ਸਿਰਫ ਭਟਕਣਾ ਹੀ ਭਟਕਣਾ ਸੀ, ਉਸ ਤੋਂ ਬਿਨਾ ਕੁਛ ਨਹੀਂ, ਟਿਕਾ ਨਹੀਂ, ਕਿਉਂਕਿ ਮੁੱਢ ਨਹੀਂ ਹੈ, ਧੁਰਾ ਨਹੀਂ ਹੈ। ਭਰਮਦੇ ਫਿਰੇ, ਭਟਕਦੇ ਫਿਰੇ। ਠੀਕ ਉਸੇ ਤਰ੍ਹਾਂ ਜਿਵੇਂ ਨਦੀਆਂ ਤੇ ਨਾਲਿਆਂ ਦਾ ਪਾਣੀ ਹੈ, ਕਿੰਨਾ ਜ਼ਿਆਦਾ ਭਟਕਦਾ, ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਾ। ਰੇਗਿਸਤਾਨ ਦੇ ਇਲਾਕਿਆਂ ਚੋਂ ਵੀ ਲੰਘਣਾ ਪੈਂਦਾ, ਸੁੱਕੀਆਂ ਥਾਵਾਂ ਤੋਂ ਵੀ ਲੰਘਣਾ ਪਿਆ, ਕਈ ਵਾਰੀ ਪੱਥਰਾਂ ਨਾਲ ਟਕਰਾਉਣਾ ਪਿਆ, ਚੱਟਾਨਾਂ ਨਾਲ ਟਕਰਾਉਣਾ ਪਿਆ, ਸਿਰਫ ਇੱਕ ਕਾਰਨ ਕਰਕੇ, ਆਪਣੇ ਮੁੱਢ ਤੱਕ ਪਹੁੰਚ ਜਾ, ਆਪਣੇ ਮੂਲ ਤੱਕ ਪਹੁੰਚ ਜਾ। ਸਮੁੰਦਰ ਵਿੱਚ ਕਿਤੇ ਮੇਲ ਹੋ ਜੇ, ਭੱਜਿਆ ਫਿਰਿਆ ਪਾਣੀ, ਕਿੰਨਾ ਭਟਕਿਆ। ਇੱਥੇ ਜੇ ਆਪਾਂ ਹੁਣ ਘਰਾਂ ਵਿੱਚ ਵੀ ਵੇਖਦੇ ਹਾਂ, ਕਿਤੇ ਪਾਣੀ ਦਾ ਗਲਾਸ ਵੀ ਡੁੱਲ ਜਾਏ, ਉਹ ਟਿਕ ਥੋੜੀ ਜਾਂਦਾ, ਉਸ ਪਾਸੇ ਨੂੰ ਦੌੜਿਆ ਜਾਂਦਾ ਜਿਹਨੂੰ ਭਾਈ ਗੁਰਦਾਸ ਨੇ ਆਖਿਆ ਸੀ ਪਾਣੀ ਚੱਲੇ ਨਿਵਾਣ ਨੂੰ, ਨਿਵਾਣ ਵੱਲ ਨੂੰ ਤੁਰਿਆ, ਕਿਉਂਕਿ ਸਮੁੰਦਰ ਨੀਵਾਂ ਹੈ, ਸਮੁੰਦਰ ਤਲ ਬਹੁਤ ਨੀਵਾਂ ਹੈ। ਹੁਣ ਪਾਣੀ ਨੇ ਪਹੁੰਚਣਾ ਕਿੱਥੇ ਹੈ ਸਮੁੰਦਰ ਤੱਕ? ਇੱਕ ਗਲਾਸ ਡੁੱਲਿਆ ਪਾਣੀ ਦਾ ਵੀ ਟਿਕਿਆ ਨਹੀਂ ਉਹਨਾਂ ਚਿਰ ਜਿੰਨਾ ਚਿਰ ਸੁੱਕ ਨਹੀਂ ਗਿਆ, ਤੁਰਿਆ ਹੀ ਜਾਂਦਾ ਹੈ, ਗਤੀ ਕਰਦਾ ਹੀ ਜਾਂਦਾ ਹੈ। ਸਿਰਫ ਇੱਕ ਕਾਰਨ ਹੈ, ਮੈਂ ਆਪਣੇ ਮੁੱਢ ਨਾਲ ਮਿਲਣਾ ਚਾਹੁੰਦਾ। ਹੁਣ ਜੇ ਉਹ ਪਾਣੀ ਦਾ ਗਲਾਸ ਉੱਥੇ ਡੁੱਲ ਕੇ ਖੜੋ ਜਾਏ ਤੇ ਆਖੇ ਮੇਰੇ ਭਾਗ ਹੀ ਨਹੀਂ, ਮੈਂ ਕਿੱਥੇ ਸਮੁੰਦਰ ਨਾਲ ਮਿਲ ਜਾਣਾ, ਇਹ ਤੇ ਉਹਦੀ ਬਦਕਿਸਮਤੀ ਹੈ ਕਿ ਉਹ ਮੂਰਖਤਾਈ ਵਸ ਹੋ ਕੇ ਇਹ ਸੋਚ ਕੇ ਬਹਿ ਗਿਆ ਕਿ ਮੈਂ ਮਿਲ ਹੀ ਨਹੀਂ ਸਕਦਾ। ਬੂੰਦ ਤੇ ਇੱਕ ਨਹੀਂ ਮਾਣ, ਤੇ ਫਿਰ ਗਲਾਸ ਡੁੱਲਿਆ। ਮਨੁੱਖਾ ਇਹ ਸੋਚ ਕੇ ਆਪਣੇ ਆਪ ਨੂੰ ਬਿਲਕੁਲ
ਨੇ ਆਸਰਾ ਸਮਝ ਲੈਣਾ ਕਿ ਮੇਰੇ ਭਾਗ ਨਹੀਂ, ਇਹ ਤੇਰੀ ਮੂਰਖਤਾ ਹੀ ਹੈ। ਤੂੰ ਕੋਸ਼ਿਸ਼ ਤੇ ਕਰ, ਭਾਗ ਤੇ ਆਪੇ ਬਣ ਜਾਣੇ। ਯਤਨ ਤੇ ਕਰ, ਭਾਗ ਤੇ ਆਪੇ ਬਣਨਗੇ। ਜਿਨ੍ਹਾਂ ਨੇ ਭਾਗ ਬਣਾਉਣੇ ਉਹ ਤੇ ਪੱਥਰਾਂ ਵਿੱਚੋਂ ਵੀ ਉੱਗ ਪਏ। ਉਹਨਾਂ ਨੇ ਬੈਠ ਕੇ ਇਹ ਸ਼ਿਕਵਾ ਥੋੜੀ ਕੀਤਾ ਵੀ ਮੈਂ ਕਿੱਥੇ ਪੱਥਰ ਨੂੰ ਪਾੜ ਦੇਣਾ, ਮੈਂ ਪੱਥਰ ਵਿੱਚੋਂ ਕਿੱਥੇ ਉੱਗ ਸਕਦਾ। ਉਹਨਾਂ ਨੇ ਸ਼ਿਕਵਾ ਭਾਗਾਂ ਤੇ ਨਹੀਂ ਕੀਤਾ, ਉਹਨਾਂ ਨੇ ਮਸ਼ੱਕਤ ਨੂੰ ਘਾਲਿਆ। ਤੇ ਜਿੰਨਾ ਮਸ਼ੱਕਤ ਘਾਲੀ ਭਾਗ ਆਪੇ ਬਦਲ ਗਏ। ਬੈਠਾ ਗੁਰੂ ਭਾਗ ਬਦਲਣ ਵਾਲਾ, ਬੈਠਾ ਗੁਰੂ ਲੇਖ ਬਦਲਣ ਵਾਲਾ। ਜੇ ਤੇਰੇ ਮਸਤਕ ਦੇ ਭਾਗ ਨਹੀਂ ਵੀ, ਜੇ ਤੂੰ ਇਹ ਵੀ ਮੰਨ ਲਏ ਨਾ ਕਿ ਤੇਰੇ ਭਾਗ ਨਹੀਂ, ਤੇ ਇੰਨਾ ਕੁ ਭਰੋਸਾ ਰੱਖ ਕੇ ਗੁਰੂ ਦਰ ਤੇ ਆ ਜਾ ਵੀ ਜਦੋਂ ਗੁਰੂ ਦੇ ਦਰ ਤੇ ਜਾਵਾਂਗਾ ਮੇਰੇ ਭਾਗ ਉਹਨੇ ਆਪੇ ਹੀ ਬਦਲ ਦੇਣੇ। ਤੂੰ ਪਹੁੰਚ ਤੇ ਸਹੀ, ਤੂੰ ਘਰੇ ਬੈਠਾ ਹੀ ਸ਼ਿਕਵਾ ਕਰੀ ਜਾਂਦਾ। ਹੁਣ ਜੇ ਆਪਾਂ ਇਹੀ ਗੱਲ ਨੂੰ ਸਮਝੀਏ, ਭੱਟ ਸਾਹਿਬਾਨ ਆਪਣੇ ਘਰਾਂ ਵਿੱਚ ਬੈਠ ਜਾਂਦੇ ਤੇ ਇੱਕ ਸਵਾਲ ਹੈ ਕਿ ਗੁਰੂ ਅਰਜਨ ਸਾਹਿਬ ਨਾਲ ਉਹਨਾਂ ਦਾ ਮੇਲ ਹੁੰਦਾ? ਹੋਰ ਨਜ਼ਦੀਕ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਮੱਖਣ ਸ਼ਾਹ ਜੀ ਨੇ ਬਹੁਤ ਕੋਸ਼ਿਸ਼ ਕੀਤੀ, ਬੜਾ ਯਤਨ ਕੀਤਾ ਗੁਰੂ ਮਿਲ ਜਾਏ। ਇੱਕ ਨਹੀਂ, ਦੋ ਨਹੀਂ, 22 ਜਾ ਕੇ ਘਰ ਫਰੋਲੇ, 22 ਬੰਦਿਆਂ ਨੂੰ ਜਾ ਕੇ ਪਹਿਲਾਂ 2-2 ਮੋਹਰਾਂ ਰੱਖ ਕੇ ਨਮਸਕਾਰਾਂ ਕੀਤੀਆਂ। ਤੇ ਜੇ ਉਹ 22 ਨੂੰ ਮਿਲਣ ਤੋਂ ਬਾਅਦ ਚ ਮੱਖਣ ਸ਼ਾਹ ਜੀ ਇਹ ਸੋਚ ਕੇ ਬਹਿ ਜਾਂਦੇ ਵੀ ਲੱਗਦਾ ਮੇਰੇ ਭਾਗ ਹੀ ਮਾੜੇ, ਗੁਰੂ ਨੇ ਕਿੱਥੇ ਮਿਲਣਾ। ਤੇ ਕੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਮੇਲ ਹੁੰਦਾ? ਉਹ 22 ਤੋਂ ਬਾਅਦ ਵਿੱਚ ਪਤਾ ਲੱਗਦਾ ਹੈ ਵੀ ਇੱਕ ਸ਼ਖਸ ਹੋਰ ਹੈ ਜਿਹੜਾ ਬਕਾਲੇ ਦੀ ਧਰਤੀ ਤੇ ਹੈ। ਉਹਨੇ ਨਾ ਤੇ ਆਪਣੇ ਕੋਲ ਏਦਾਂ ਦੇ ਮਸੰਦ ਰੱਖੇ ਜਿੱਦਾਂ ਦੇ ਇਹਨਾਂ ਕੋਲ ਨੇ, ਤੇ ਨਾ ਹੀ ਉਹਨੇ ਏਦਾਂ ਦੀ ਸ਼ਾਨੋ ਸ਼ੌਕਤ ਰੱਖੀ ਹੋਈ ਹੈ ਜਿੱਦਾਂ ਦੀ ਇਹ ਰੱਖ ਕੇ ਬੈਠੇ ਨੇ। ਇਹਨਾਂ ਨੇ ਤੇ ਭਰਮ ਵੀ ਪਾਉਣਾ ਨਾ। ਸ਼ਾਨੋ ਸ਼ੌਕਤ ਦੀ ਲੋੜ ਨਕਲੀ ਨੂੰ ਪੈਂਦੀ ਹੈ, ਅਸਲੀ ਨੂੰ ਨਹੀਂ। ਹੁਣ ਉਹ ਜਦੋਂ ਉਸ ਸ਼ਖਸ ਬਾਰੇ ਸੁਣਦਾ, ਮੱਖਣ ਸ਼ਾਹ ਨੇ ਸ਼ਿਕਵਾ ਨਹੀਂ ਕੀਤਾ, ਉਹ ਫਿਰ ਤੁਰਿਆ ਆਪਣੇ ਹੱਥ ਵਿੱਚ ਉਵੇਂ 2 ਮੋਹਰਾਂ ਲੈ ਕੇ ਵੀ ਮੈਂ ਉਹਨਾਂ ਅੱਗੇ ਵੀ ਰੱਖ ਕੇ ਨਮਸਕਾਰ ਕਰਾਂਗਾ। ਜੇ ਉਹ ਸੱਚੇ ਹੋਏ ਤੇ ਫਿਰ ਆਪੇ ਕਹਿਣਗੇ ਵੀ ਲਿਆ ਸੱਜਣਾ, ਜਿਹੜੀ ਦਸਵੰਧ ਦੀ ਭੇਟਾ ਉਹ ਰੱਖ ਹੁਣ ਅੱਗੇ ਗੁਰੂ ਦੇ। ਬਾਤ ਤੇ ਉੱਥੇ ਪਰਖ ਦੀ ਸੀ ਨਾ। ਇਹ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਇਆ ਦਾ ਲਾਲਚ ਹੈ ਜਾਂ ਲੋਭ ਹੈ। ਗੱਲ ਤੇ ਉੱਥੇ ਭਰੋਸੇ ਦੀ ਹੈ, ਵਿਸ਼ਵਾਸ ਦੀ ਹੈ, ਜਿਹੜਾ ਉਹ ਆਪਣੇ ਮਨ ਅੰਦਰ ਕਰਕੇ ਬੈਠਾ ਕਿ ਜਿਹੜਾ ਸੱਚਾ ਗੁਰੂ ਹੋਏਗਾ ਨਾ, ਉਹਦੀ ਪਹਿਚਾਣ ਇਸੇ ਤਰੀਕੇ ਹੋ ਸਕਦੀ, ਉਹ ਹਿਰਦੇ ਦੀਆਂ ਜਾਣਦਾ ਹੈ। ਤੇ ਮੈਂ ਆਪਣੇ ਹਿਰਦੇ ਵਿੱਚ ਵਿਚਾਰ ਰੱਖੀ ਹੈ ਵੀ ਜਿਹੜਾ ਗੁਰੂ ਸੱਚਾ ਹੋਏਗਾ ਉਹ ਮੇਰੇ ਕੋਲੋਂ ਆਪ ਦਸਵੰਧ ਦੀ ਭੇਟਾ ਲੈ ਲਏਗਾ। 500 ਮੋਹਰਾਂ ਮੈਂ ਦੇਣੀਆਂ ਨੇ। ਪਹਿਲੋਂ 2-2 ਕਰਕੇ 22 ਨੂੰ ਦਿੱਤੀਆਂ, ਫਿਰ 2 ਮੋਹਰਾਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆ ਗਿਆ। ਜਦੋਂ ਚੱਲਿਆ ਤੇ ਮਾਲਕ ਨੇ ਆਖਿਆ ਸੱਜਣਾ ਬਾਕੀ ਕਿੱਥੇ ਹੈ? ਏਦਾਂ ਹੀ ਮੁੜ ਚੱਲਿਆ। ਕਿਤੇ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਪੜੋ, ਉਹਨਾਂ ਨੇ ਜ਼ਿਕਰ ਕਰਦਿਆਂ ਇੱਥੋਂ ਤੱਕ ਵੀ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਨਾ ਇਹ ਬਾਤ ਵੀ ਆਖੀ ਸੀ ਵੀ ਜੇ ਤੂੰ ਪ੍ਰਗਟਾਵਾ ਕਰੇਂਗਾ ਤੇ ਅਸੀਂ ਮੂੰਹ ਉੱਤੇ ਕਾਲਖ ਮਲਾਂਗੇ। ਤੇ ਉਹ ਮੱਖਣ ਸ਼ਾਹ ਆਪ ਹੀ ਆਪਣੇ ਮੁਖ ਉੱਤੇ ਕਾਲਖ ਮਲ ਕੇ ਛੱਤ ਤੇ ਚੜ ਕੇ ਸ਼ੋਰ ਜ਼ਰੂਰ ਮਚਾ ਦਿੰਦਾ ਹੈ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਹੁਣ ਜੇ ਉੱਥੇ ਉਹ ਇਹ ਸ਼ਿਕਵਾ ਕਰਕੇ ਬਹਿ ਜਾਂਦੇ ਵੀ ਨਹੀਂ ਮੇਰੇ ਭਾਗ ਨਹੀਂ, ਤੇ ਕੀ ਮਿਲਾਪ ਹੁੰਦਾ? ਜਬ ਲਓ ਨਹੀਂ। ਹਾਂ, ਇਹ ਬਾਤ ਪੱਕੀ ਹੈ ਕਿ ਜਿੰਨਾ ਚਿਰ ਅਸੀਂ ਮੇਲ ਹਾਸਲ ਨਹੀਂ ਨਾ ਕਰ ਲੈਂਦੇ, ਤਬ ਲਓ ਭਰਮ ਤੇ ਫਿਰਤੇ ਬਹੁਤਾਇਓ, ਉਹਨਾਂ ਚਿਰ ਭਟਕਣਾ ਜ਼ਰੂਰ ਹੈ। ਜਿੰਨਾ ਚਿਰ ਧੁਰਾ ਨਹੀਂ ਹੈ ਨਾ, ਸਥਿਰਤਾ ਨਹੀਂ, ਉਹਨਾਂ ਚਿਰ ਭਟਕਣਾ। ਰੁੱਖ ਨਾਲ ਟੁੱਟਿਆ ਪੱਤਾ ਭਟਕਦਾ ਰਹਿ ਜਾਂਦਾ, ਸੁੱਕ ਜਾਂਦਾ, ਪੀਲਾ ਪੈ ਜਾਂਦਾ, ਇੱਕ ਦਿਨ ਆਉਂਦਾ ਪੈਰਾਂ ਹੇਠ ਲਤਾੜਿਆ ਜਾਂਦਾ, ਮਿੱਟੀ ਖੇ ਬਣ ਜਾਂਦਾ ਹੈ, ਸਿਰਫ ਇੱਕੋ ਕਾਰਨ ਕਰਕੇ ਕਿ ਉਹ ਰੁੱਖ ਦੀ ਟਾਹਣੀ ਨਾਲੋਂ ਟੁੱਟ ਗਿਆ। ਇਸੇ ਕਰਕੇ ਗੁਰੂ ਅਰਜਨ ਸਾਹਿਬ ਨੇ ਆਖਿਆ ਸੀ ਪੱਤਰ ਪੁਰਜੇਨ ਝੜੀਆਂ ਨਹ ਜੜੀਆਂ ਪੇੜ ਸੰਪਤਾ। ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੇ ਝੜੇ ਹੋਏ ਭੁਰੇ ਹੋਏ ਪੱਤੇ ਨੂੰ ਮੁੜ ਕੇ
ਪੇੜ ਦੀ ਸੰਪਤੀ ਨਾਲ ਜੋੜ ਸਕਦੀ ਹੋਵੇ, ਕੋਈ ਤਾਕਤ ਨਹੀਂ। ਤੇ ਜੇ ਇੱਕ ਪੱਤੇ ਦੀ ਇੰਨੀ ਸੋਹਣੀ ਜ਼ਿੰਦਗੀ, ਹਰੀ ਭਰੀ ਜ਼ਿੰਦਗੀ ਟੁੱਟਣ ਕਰਕੇ ਪੀਲੀ ਪੈ ਸਕਦੀ ਹੈ, ਖੇ ਬਣ ਸਕਦੀ ਹੈ ਇੱਕ ਟਾਹਣੀ ਨਾਲੋਂ ਟੁੱਟਣ ਕਰਕੇ, ਤੇ ਮਨੁੱਖਾ ਤੂੰ ਆਪਣੇ ਵੱਲ ਤੇ ਝਾਤ ਮਾਰ ਕੇ ਵੇਖ ਵੀ ਤੇਰੇ ਹਾਲਾਤ ਕਿੱਦਾਂ ਦੇ ਨੇ। ਤਾਂ ਹੀ ਸਤਿਗੁਰੂ ਦੇ ਜਦੋਂ ਬਚਨ ਪੜ੍ਹਦੇ ਮਾਲਕ ਕਹਿੰਦੇ ਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਗਲ ਜਾਣੇ ਸਾਰੇ ਦੇ ਸਾਰੇ ਗਲ ਗਏ ਤੇਰੇ ਗੁਣ, ਕਿਉਂਕਿ ਤੂੰ ਰੱਬ ਭੁੱਲ ਗਿਆ, ਤੈਨੂੰ ਆਪਣਾ ਧੁਰਾ ਹੀ ਚੇਤੇ ਨਹੀਂ ਹੈ। ਜਿੰਨਾ ਚਿਰ ਧੁਰਾ ਚੇਤੇ ਨਹੀਂ, ਧੁਰੇ ਨੂੰ ਵਿਸਾਰ ਦਿੱਤਾ, ਭੁੱਲ ਗਏ, ਉਹਨਾਂ ਚਿਰ ਜ਼ਿੰਦਗੀ 'ਚ ਕੋਈ ਹਰਿਆਲੀ ਨਹੀਂ, ਕੋਈ ਖੁਸ਼ੀ ਨਹੀਂ, ਕੋਈ ਪ੍ਰਸੰਨਤਾ ਨਹੀਂ। ਨਿਰਾਸ਼ਤਾ ਨਾਲ ਜੀਵਨ ਭਰ ਜਾਂਦਾ ਜਦੋਂ ਆਪਣੇ ਮੁੱਢ ਨਾਲੋਂ ਟੁੱਟ ਜਾਈਦਾ। ਪੱਤੇ ਦਾ ਜੀਵਨ ਕਿੰਨਾ ਸੁੰਦਰ ਹਰਿਆ ਭਰਿਆ, ਉਹ ਹਵਾ ਚੱਲੀ ਤੇ ਬੜਾ ਜ਼ਿਆਦਾ ਉੱਥੇ ਉਹਨੇ ਨਾਚ ਕੀਤਾ, ਆਪਣੀ ਪ੍ਰਸੰਨਤਾ ਨੂੰ ਪ੍ਰਗਟਾਇਆ। ਰੁੱਖ ਦੀ ਟਾਹਣੀ ਨਾਲ ਲਗਾਈ, ਉਹ ਹਿੱਲਦੇ ਹੋਏ ਪੱਤੇ ਮਨ ਨੂੰ ਮੋਹਦੇ ਨੇ, ਮਨ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ। ਉਹ ਮਹਿਕ ਦੇ ਰਿਹਾ ਫੁੱਲ ਮਨ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ, ਪਰ ਉਹੀ ਫੁੱਲ ਹੈ ਜਿਹਨੂੰ ਕਦੇ ਭਾਈ ਵੀਰ ਸਿੰਘ ਨੇ ਨਾ ਆਪਣੀ ਰਚਨਾ ਤੋਂ ਆਖਿਆ ਸੀ, ਇੱਕ ਗੁਲਾਬ ਦਾ ਫੁੱਲ ਲੰਘ ਰਹੇ ਬਗੀਚੇ ਵਿੱਚੋਂ ਰਾਹੀ ਨੂੰ ਸੰਬੋਧਨ ਕਰਕੇ ਤੋੜਨ ਵਾਲੇ ਨੂੰ ਕਹਿੰਦਾ, ਡਾਲੀ ਨਾਲੋਂ ਨਾ ਤੋੜ ਅਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਅਸੀਂ ਇੱਥੇ ਹੱਟੀ ਲਾਈ ਮਹਿਕ ਦੀ, ਤੇ ਤੂੰ ਇਹ ਸੋਚ ਲੈ ਕੇ ਆਇਆ ਵੀ ਮੈਂ ਤੈਨੂੰ ਤੋੜ ਕੇ ਲੈ ਜਾਣਾ। ਵੇਖ ਸੱਜਣਾ, ਇਹ ਨਹੀਂ ਵੀ ਤੂੰ ਤੋੜ ਕੇ ਲੈ ਜਾਏਗਾ ਤੇ ਮੈਂ ਤੇਰਾ ਕੋਈ ਨੁਕਸਾਨ ਕਰਾਂਗਾ, ਤੇਰਾ ਨੁਕਸਾਨ ਨਹੀਂ ਕਰਾਂਗਾ ਮੈਂ ਕੋਈ, ਪਰ ਮੇਰਾ ਨੁਕਸਾਨ ਬਹੁਤ ਹੋ ਜਾਣਾ। ਜਿਹੜੀ ਮੈਂ ਹੱਟੀ ਪਾ ਕੇ ਮਹਿਕਦੀ ਬੈਠਾ ਨਾ, ਉਹ ਮੇਰੀ ਹੱਟੀ ਬੰਦ ਹੋ ਜਾਣੀ, ਦੁਕਾਨ ਬੰਦ ਹੋ ਜਾਣੀ, ਕਿਉਂਕਿ ਤੂੰ ਤੋੜ ਕੇ ਲੈ ਜਾਣਾ, ਮੈਂ ਤੇਰੇ ਜੋਗਾ ਹੀ ਰਹਿ ਜਾਣਾ। ਤੂੰ ਵੀ ਉਹਨਾਂ ਕਚੇਰੀ ਰੱਖੇਗਾ ਜਿੰਨਾ ਕੁ ਚਿਰ ਖਿੜਿਆ, ਜਦੋਂ ਮੁਰਝਾ ਗਿਆ ਤੂੰ ਵੀ ਸੁੱਟ ਦੇਣਾ, ਨਾ ਤੇਰੇ ਜੋਗਾ ਨਾ ਮੈਂ ਕਿਸੇ ਹੋਰ ਜੋਗਾ। ਇਸ ਲਈ ਸਾਨੂੰ ਡਾਲੀ ਨਾਲੋਂ ਨਾ ਤੋੜ, ਲੱਗਿਆ ਰਹਿਣ ਦੇ, ਖਿੜਿਆ ਰਹਿਣ ਦੇ। ਤੂੰ ਵੀ ਸੁਗੰਧੀ ਮਾਣ, ਤੇਰੇ ਵਰਗੇ 100 ਆ ਜਾਣ ਉਹ ਵੀ ਸੁਗੰਧੀ ਮੰਨਣਗੇ, ਤੇਰੇ ਵਰਗੇ ਹਜ਼ਾਰਾਂ ਆ ਜਾਣ ਉਹ ਵੀ ਇਸ ਬਗੀਚੇ ਵਿੱਚੋਂ ਸੁਗੰਧੀ ਮਾਣ ਕੇ ਜਾਣਗੇ। ਪਰ ਸੱਜਣਾ, ਜੇ ਤੋੜ ਕੇ ਤੂੰ ਲੈ ਗਿਆ ਨਾ, ਮੈਂ ਤੇਰੇ ਜੋਗਾ ਹੀ ਰਹਿ ਜਾਣਾ, ਤੇ ਤੇਰੇ ਜੋਗਾ ਵੀ ਮੈਂ ਉਹਨਾਂ ਕਚੇਰੀਆਂ ਜਿੰਨਾ ਕੁ ਚਿਰ ਖਿੜਿਆ, ਜਿੱਦਣ ਮੁਰਝਾ ਗਿਆ ਤੂੰ ਮੈਨੂੰ ਕਿਹੜਾ ਸਾਂਭ ਲੈਣਾ, ਤੂੰ ਵੀ ਸੁੱਟ ਦੇਣਾ, ਤੇ ਸੁੱਟੇਗਾ ਵੀ ਗੰਦਗੀ ਦੇ ਢੇਰ ਤੇ। ਅੱਜ ਮੈਂ ਮਹਿਕ ਦੀ ਹੱਟੀ ਲਾ ਕੇ ਬੈਠਾ, ਜਿੰਨਾ ਚਿਰ ਮੁੱਢ ਨਾਲ ਧੁਰੇ ਨਾਲ ਜੁੜੇ ਆ ਉਹਨਾਂ ਚਿਰ ਭਟਕਣਾ ਨਹੀਂ। ਜਿੱਦਣ ਟੁੱਟ ਗਏ ਉਸੇ ਦਿਨ ਭਟਕਣਾ, ਜਾਂ ਉਹਨਾਂ ਚਿਰ ਹੀ ਭਟਕਣਾ ਹੈ ਜਿੰਨਾ ਚਿਰ ਟੁੱਟੇ ਆ। ਜਿੱਦਣ ਜੁੜ ਜਾਾਂਗੇ ਉਦਣ ਭਟਕਣਾ ਨਹੀਂ ਹੈ, ਉਦਣ ਭਟਕਣਾ ਮੁੱਕ ਜਾਂਦੀ ਹੈ। ਭੱਟ ਜੀ ਕਹਿੰਦੇ, ਜਬ ਲਓ ਨਹੀਂ ਭਾਗ ਲਲਾਰ ਉਹਦੇ, ਤਬ ਲਓ ਭਰਮ ਤੇ ਫਿਰਤੇ ਬਹੁਤ ਆਇਓ, ਬੜਾ ਭਰਮੇ ਬੜਾ ਦੌੜੇ ਬੜਾ ਭਟਕੇ। ਪਰ ਹੁਣ ਪਤਾ ਖੇਡ ਕੀ ਵਾਪਰੀ। ਭਟਕਦੇ ਹੋਏ ਕਹਿੰਦੇ, ਕੱਲ ਘੋਰ ਸਮੁੰਦਰ ਮੈਂ ਬੂਡਤ ਥੇ। ਆ ਬੜਾ ਘੋਰ ਘਟਾ ਘੋਰ ਹੈ, ਸਮਾਂ ਹੀ ਬੜਾ ਭਿਆਨਕ ਹੈ। ਗੁਰੂ ਤੋਂ ਟੁੱਟਿਆਂ ਤੇ ਸਮਾਂ ਹਰ ਕੋਈ ਭਿਆਨਕ ਹੀ ਹੈ ਨਾ। ਇੱਥੋਂ ਤੱਕ ਵੀ ਮਾਲਕ ਪਾਤਸ਼ਾਹ ਜੀ ਬਾਣੀ ਅੰਦਰ ਕਹਿ ਦਿੰਦੇ ਨਾ ਕਿ ਬੈਠਾ ਹੋਵੇ ਭਾਵੇਂ ਮਹਿਲਾਂ ਦੇ ਵਿੱਚ, ਮਹਿਲਾਂ ਵਿੱਚ ਬੈਠਾ ਹੋਇਆ ਰਾਜ ਭਾਗ ਮਾਣਦਾ ਹੋਇਆ ਜੀਵ ਜੇ ਕਿਤੇ ਰੱਬ ਨਾਲੋਂ ਟੁੱਟਿਆ ਨਾ, ਉਹ ਨਗਰ ਪੂਰੇ ਦਾ ਪੂਰਾ ਹੀ ਉਜਾੜ ਹੀ ਉਜਾੜ ਹੈ। ਉਹ ਮਹਿਲ ਵੀ ਏਦਾਂ ਨੇ ਜਿਵੇਂ ਸ਼ਮਸ਼ਾਨ ਭੂਮੀ ਹੋਵੇ, ਕਿਉਂਕਿ ਉੱਥੇ ਹਾਲਾਤ ਵੈਸੇ ਨੇ, ਰੱਬੀ ਯਾਦ ਚਿੰਤਨ ਨਹੀਂ, ਗੁਰੂ ਦੀ ਯਾਦ ਨਹੀਂ ਹੈ, ਇਸ ਕਰਕੇ ਹਾਲਾਤ ਵੈਸੇ ਬਣ ਗਏ। ਤੇ ਜਿੱਥੇ ਰੱਬ ਦੀ ਯਾਦ ਹੋਵੇ, ਰੱਬੀ ਚਿੰਤਨ ਹੋਵੇ, ਸੇ ਅਸਥਲ ਸੋਇਨ ਚੋਬਾਰੇ,
ਉਹ ਤੇ ਸੋਨੇ ਦੇ ਚਬਾਰਿਆਂ ਵਰਗੀ ਥਾਂ। ਤੇ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਸਹੀ ਨਗਰ ਉਜਾੜੀ ਜੀਓ, ਉਹ ਸਾਰੇ ਦਾ ਸਾਰਾ ਨਗਰ ਉਜਾੜ ਹੈ। ਭਾਵੇਂ ਜਿੰਨਾ ਮਰਜ਼ੀ ਵਧੀਆ ਵਸਿਆ ਹੋਵੇ। ਕਹਿੰਦੇ ਆਹ ਸਮਾਂ ਬੜਾ ਭਿਆਨਕ ਸੀ ਤੇ ਇਸ ਭਿਆਨਕ ਸਮੇਂ ਵਿੱਚ ਨਾ ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਸੰਸਾਰ ਸਮੁੰਦਰ 'ਚ ਡੁੱਬ ਰਹੇ ਸਾਂ। ਤੇ ਡੁੱਬਦੇ ਹੋਇਆਂ ਦੇ ਨਾ ਮਨ ਵਿੱਚੋਂ ਪਛਤਾਵਾ ਨਹੀਂ ਸੀ ਮਿਟ ਰਿਹਾ ਵੀ ਜੀਵਨ ਮਿਲਿਆ ਤੇ ਜ਼ਿੰਦਗੀ 'ਚ ਅਸੀਂ ਹਾਸਲ ਹੀ ਕੁਛ ਨਹੀਂ ਕੀਤਾ ਤੇ ਇਦਾਂ ਹੀ ਲੰਘਾ ਚੱਲੇ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਪਛਤਾਵਾ ਹੀ ਪਛਤਾਵਾ ਸੀ, ਸਿਵਾਏ ਪਛਤਾਵੇ ਤੋਂ ਕੁਝ ਨਹੀਂ ਸੀ, ਕਿਉਂਕਿ ਪਛਤਾਵਾ ਮਿਟ ਹੀ ਨਹੀਂ ਰਿਹਾ। ਪਛਤਾਵਾ ਤੇ ਇਸ ਗੱਲ ਦਾ ਸੀ ਨਾ, ਜੀਵਨ ਮਿਲਿਆ ਇੰਨੇ ਸਮੇਂ ਲੰਮੇ ਅਰਸੇ ਬਾਅਦ, ਫਿਰ ਵੀ ਅਜਾਈ ਲੰਘਾ ਚੱਲਿਆ। ਕਿੰਨੇ ਲੰਮੇ ਸਮੇਂ ਬਾਅਦ ਮੈਨੂੰ ਜ਼ਿੰਦਗੀ ਮਨੁੱਖਾ ਜੀਵਨ ਮਿਲਿਆ ਤੇ ਇਹ ਮਨੁੱਖਾ ਜੀਵਨ ਮੈਂ ਅੱਜ ਫੇਰ ਉਸੇ ਤਰ੍ਹਾਂ ਹੀ ਲੰਘਾ ਚੱਲਿਆ। ਅਜਾਈ ਮਨੁੱਖਾਂ ਵਾਂਗੂ ਨਹੀਂ, ਪਸ਼ੂਆਂ ਵਾਂਗੂ ਹੀ ਜੀਵਨ ਗੁਜ਼ਰਦਾ ਜਾ ਰਿਹਾ, ਅਜਾਈ ਲੰਘਦਾ ਜਾ ਰਿਹਾ। ਇਹ ਪਛਤਾਵਾ ਹੈ ਮਨ ਵਿੱਚ, ਕਿਉਂਕਿ ਭਟਕਣਾ ਨਹੀਂ ਮੁੱਕੀ। ਭਟਕਣਾ ਨਾ ਮੁੱਕਣ ਦੀ ਨਿਸ਼ਾਨੀ ਸੀ ਵੀ ਅਜੇ ਤੱਕ ਮਿਲਾਪ ਮੇਲ ਹੋਇਆ ਕੋਈ ਨਹੀਂ, ਤੇ ਜੇ ਮਿਲਾਪ ਹੋ ਜਾਂਦਾ ਭਟਕਣਾ ਮੁੱਕ ਜਾਂਦੀ। ਮਿਲਾਪ ਨਾ ਹੋਇਆ ਜ਼ਿੰਦਗੀ 'ਚ ਭਟਕਣਾ, ਉਸ ਭਟਕਣਾ ਕਰਕੇ ਮਨ ਨੂੰ ਪਛਤਾਵਾ ਵੀ ਅਜੇ ਤੱਕ ਤੂੰ ਐਵੇਂ ਹੀ ਤੁਰਿਆ ਫਿਰਦਾ, ਨਿਖਸਮਾ ਹੀ ਤੁਰਿਆ ਫਿਰਦਾ, ਅਜੇ ਤੱਕ ਖਸਮ ਵਾਲਾ ਨਹੀਂ ਬਣਿਆ। ਤੇ ਉਹ ਨਾ ਖਸਮਾ ਫਿਰ ਮਨ ਅੰਦਰ ਪਛਤਾਵਾ ਕਰਦਾ ਹੈ ਕਿ ਹੁਣ ਜੇ ਮੈਂ ਆਪਣੇ ਜੀਵਨ 'ਚੋਂ ਪਛਤਾਵਾ ਮੁਕਾਉਣਾ ਤੇ ਮੈਂ ਕੀ ਕਰਾਂ, ਪਛਤਾਵਾ ਮੁੱਕੇ ਕਿਵੇਂ। ਇਹ ਪਛਤਾਵਾ ਹੀ ਜ਼ਿੰਦਗੀ ਦੇ ਅੰਦਰ ਇੱਕ ਭਟਕਣਾ ਦਾ ਕਾਰਨ ਬਣਦਾ ਜਾ ਰਿਹਾ ਹੈ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਫਿਰ ਭੱਟ ਜੀ ਕਹਿੰਦੇ ਮੈਂ ਤਤ ਵਿਚਾਰ ਕੇ ਵੇਖਿਆ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਗੁਰੂ ਅਰਜਨ ਸਾਹਿਬ ਤੁਸੀਂ ਐਵੇਂ ਨਹੀਂ ਆਏ, ਤੁਹਾਡਾ ਅਵਤਾਰ ਰੱਬ ਨੇ ਐਵੇਂ ਨਹੀਂ ਬਣਾਇਆ, ਜਾਂ ਤੁਸੀਂ ਆਪਣਾ ਅਵਤਾਰ ਐਵੇਂ ਧਾਰਨ ਨਹੀਂ ਕੀਤਾ। ਅਵਤਾਰ ਧਾਰਨ ਦਾ ਕਾਰਨ ਹੈ ਜਗ ਤਾਰਨ ਕੋ, ਤੁਸੀਂ ਜਗਤ ਨੂੰ ਤਾਰਨ ਵਾਸਤੇ ਆਏ ਹੋ। ਮੇਰੇ ਵਰਗੇ ਜਿਹੜੇ ਡੁੱਬਦੇ ਜਾ ਰਹੇ ਨਾ, ਤੁਸੀਂ ਉਹਨਾਂ ਦੀ ਬਾਹ ਪਕੜ ਕੇ ਤਾਰਨ ਆਏ ਹੋ। ਜਿਹੜਾ ਸੰਸਾਰ ਝਮੇਲਿਆਂ ਦੇ ਵਿੱਚ, ਜਿਹੜਾ ਸੰਸਾਰ ਸੰਸਾਰਿਕ ਪਦਾਰਥਾਂ ਦੇ ਮੋਹ ਵਿੱਚ, ਜਿਹੜਾ ਸੰਸਾਰ ਵਿਕਾਰਾਂ ਵਿੱਚ ਫਸਿਆ ਹੋਇਆ ਡੁੱਬਦਾ ਜਾ ਰਿਹਾ ਨਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੀ ਉਸ ਡੁੱਬਦੇ ਹੋਏ ਸੰਸਾਰ ਸਮੁੰਦਰ ਵਿੱਚ ਜਿਹੜੇ ਜੀਵ ਨੇ ਨਾ, ਜਗ ਤਾਰਨ ਕੋ, ਉਹਨਾਂ ਨੂੰ ਤਾਰਨ ਵਾਸਤੇ, ਉਹਨਾਂ ਦਾ ਉਧਾਰ ਕਰਨ ਲਈ ਆਏ ਹੋ। ਇਹ ਪ੍ਰਮਾਤਮਾ ਨੇ ਖੁਦ, ਤੁਸੀਂ ਪ੍ਰਮਾਤਮਾ ਸਰੂਪ ਅਵਤਾਰ ਬਣਾਇਆ। ਅਵਤਾਰ ਬਣਾ ਕੇ ਤੁਸੀਂ ਧਰਤੀ ਤੇ ਆਏ ਸਿਰਫ ਇਸ ਕਰਕੇ ਕਿ ਜਗਤ ਦਾ ਉਧਾਰ ਕਰਨਾ, ਜਗਤ ਨੂੰ ਤਾਰਨਾ। ਤੇ ਮਾਲਕ ਜੀ ਜਪਿਓ ਜਿਨ ਅਰਜੁਨ ਦੇਵ ਗੁਰੂ, ਜਿਨ੍ਹਾਂ ਨੇ ਗੁਰੂ ਅਰਜੁਨ ਸਾਹਿਬ ਨੂੰ ਜਪਿਆ, ਐਸਾ ਜੀਵਨ ਬਣ ਗਿਆ, ਇੰਨਾ ਸੁਚੱਜਾ ਸੋਹਣਾ ਜੀਵਨ ਬਣ ਗਿਆ। ਜੀਵਨ ਜਾਚ ਇੰਨੀ ਸੋਹਣੀ ਬਣ ਗਈ ਕਿ ਚਿੰਤਾ ਮੁੱਕ ਗਈ ਵੀ ਹੁਣ ਕਿਤੇ ਗਰਭ ਦੀ ਜੂਨੀ ਵਿੱਚ ਵੀ ਆਉਣਾ ਪਏਗਾ। ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਕਦੇ ਮੁੜ ਕੇ ਗਰਭ ਦੀ ਜੂਨੀ ਵਿੱਚ, ਸੰਕਟ ਵਿੱਚ, ਦੁੱਖ ਵਿੱਚ ਨਹੀਂ ਆਏ। ਜਿਨ੍ਹਾਂ ਨੇ ਗੁਰੂ ਅਰਜੁਨ ਸਾਹਿਬ ਜੀ ਨੂੰ ਆਰਾਧਿਆ, ਉਹਨਾਂ ਨੂੰ ਜਪਿਆ, ਜਿਨ੍ਹਾਂ ਨੇ ਉਹਨਾਂ ਦਾ ਆਸਰਾ ਲਿਆ, ਉਹਨਾਂ ਦਾ ਸਹਾਰਾ ਲਿਆ, ਉਹ ਸਹਾਰਾ ਲੈਣ ਵਾਲੇ ਆਪਣੇ ਜੀਵਨ ਵਿਚਲੀ ਭਟਕਣਾ ਮੁਕਾ ਲੈਂਦੇ ਨੇ। ਆਪਣੇ ਜੀਵਨ ਵਿੱਚ ਉਹਨਾਂ ਨੂੰ ਸਥਿਰਤਾ ਮਿਲ ਜਾਂਦੀ, ਇੱਕ ਆਸਰਾ, ਇੱਕ ਸਹਾਰਾ ਮਿਲ ਜਾਂਦਾ, ਜਾਂ ਇਉਂ ਕਹਿ ਲਓ ਜੀਵਨ ਵਿਚਲੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ। ਤਕਲੀਫਾਂ ਸਾਰੀਆਂ ਮੁੱਕ ਜਾਂਦੀਆਂ, ਭਟਕਣਾ ਮੁੱਕ ਗਈ, ਸਥਿਰਤਾ ਮਿਲ ਗਈ, ਸੁੱਖਾਂ ਭਰਿਆ ਜੀਵਨ ਬਣ ਗਿਆ।
ਤੇ ਕਹਿੰਦੇ ਮੈਂ ਇਹ ਵਿਚਾਰ ਤੱਤ ਕੱਢਿਆ, ਤੱਤ ਵਿਚਾਰ ਲਿਆ ਕਿ ਗੁਰੂ ਅਰਜਨ ਸਾਹਿਬ ਜੀ ਦੀ ਜਿਹੜੀ ਸ਼ਖਸੀਅਤ ਹੈ, ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਅਵਤਾਰ ਹੈ, ਉਹ ਅਵਤਾਰ ਸੰਸਾਰ ਤੇ ਆਉਣ ਦਾ ਕਾਰਨ ਹੈ ਕਿ ਉਹ ਜਗਤ ਨੂੰ ਤਾਰਨ ਵਾਸਤੇ ਆਏ ਨੇ। ਜਿਹਨੂੰ ਮਾਲਕ ਪਾਤਸ਼ਾਹ ਨੇ ਨਾ ਬਾਣੀ ਅੰਦਰ ਬੜਾ ਪਿਆਰਾ ਜ਼ਿਕਰ ਕਰਦਿਆਂ ਹੋਇਆਂ ਪ੍ਰਗਟਾਇਆ ਸੀ ਕਿ ਜਿਹੜੇ ਰੱਬੀ ਪਿਆਰੇ ਨੇ ਨਾ, ਉਸ ਸੰਸਾਰ ਦੇ ਉੱਤੇ ਆਉਂਦੇ ਹੀ ਇਸ ਕਰਕੇ ਨੇ ਕਿ ਜਗਤ ਦਾ ਉਧਾਰ ਹੋਵੇ। ਜਗਤ ਨੂੰ ਤਾਰਨ ਦੇ ਵਾਸਤੇ, ਜਗਤ ਦਾ ਉਧਾਰ ਕਰਨ ਦੇ ਲਈ ਹੀ ਰੱਬੀ ਪਿਆਰੇ ਆਪ ਸੰਸਾਰ ਦੇ ਉੱਤੇ ਆਉਂਦੇ, ਸੰਸਾਰ ਤੇ ਅਵਤਾਰ ਲੈ ਕੇ ਆਉਂਦੇ ਤੇ ਉਹ ਸੰਸਾਰ ਦਾ ਉਧਾਰ ਕਰਨ ਦੀ ਸਮਰੱਥਾ, ਤਾਕਤ ਰੱਖਦੇ ਨੇ। ਔਰ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਨੂੰ ਅਰਾਧਿਆ, ਉਹਨਾਂ ਦੇ ਜੀਵਨ ਵਿਚਲਾ ਹਰ ਦੁੱਖ ਤਕਲੀਫ ਮੁੱਕ ਗਈ। ਜੰਮਣ ਮਰਨ ਦੇ ਦੁੱਖ ਤੱਕ ਦਾ ਡਰ ਜਿਹੜਾ ਨਾ ਉਹ ਖਤਮ ਹੋ ਗਿਆ। ਕਿੱਥੇ ਜੂਨਾਂ ਵਿੱਚ ਪੈਣ ਦੀ ਚਿੰਤਾ, ਜੂਨਾਂ ਵਿੱਚ ਭਟਕਣ ਦੀ ਚਿੰਤਾ। ਤੇ ਜਦੋਂ ਗੁਰੂ ਅਰਜਨ ਸਾਹਿਬ ਦੇ ਦਰ ਦਾ ਸਹਾਰਾ ਲੈ ਲਿਆ, ਮੁੱਢ ਨਾਲ ਮੇਲ ਹੋ ਗਿਆ, ਗੁਰੂ ਅਰਜਨ ਸਾਹਿਬ ਨਾਲ ਮਿਲਾਪ, ਪ੍ਰੇਮ ਬਣ ਗਿਆ, ਉਦੋਂ ਇਹ ਚਿੰਤਾ ਵੀ ਜ਼ਿੰਦਗੀ ਵਿੱਚੋਂ ਮੁੱਕ ਗਈ। ਕਲ ਸਮੁੰਦਰ ਭਏ ਰੂਪ, ਪ੍ਰਗਟ ਹਰ ਨਾਮ ਉਦਾਰਨ, ਬਸੈ ਸੰਤ ਜਿਸ ਹਿਰਦੈ, ਦੁਖ ਦਰਿਦਰ ਨਿਵਾਰਣ। ਸੰਸਾਰ ਨੂੰ ਗੁਰਬਾਣੀ ਨੇ ਸਮੁੰਦਰ ਹੀ ਆਖਿਆ, ਬਾਰ-ਬਾਰ ਆਖਿਆ ਵੀ ਇਹ ਸਾਗਰ ਹੈ ਬੜਾ ਵੱਡਾ, ਜਿੱਥੋਂ ਜੀਵਾਂ ਨੇ ਆਪਣੇ ਕਰਮਾਂ ਦੇ ਅਨੁਸਾਰ ਲੰਘਣਾ। ਜਿਹਦੇ ਕਰਮ ਚੰਗੇ ਨੇ ਉਹ ਪਾਰ ਹੋ ਜਾਏਗਾ, ਤੇ ਜਿਹਦੇ ਕਰਮ ਚੰਗੇ ਨਹੀਂ ਉਹ ਡੁੱਬ ਜਾਏਗਾ। ਲੰਘਣਾ ਹਰ ਜੀਵ ਨੇ ਇਸ ਸਮੁੰਦਰ ਵਿੱਚੋਂ ਹੈ। ਕੋਈ ਐਸਾ ਨਹੀਂ ਜਿਹੜਾ ਕਵੇ ਮੈਂ ਸੰਸਾਰ ਸਮੁੰਦਰ ਵਿੱਚ ਨਹੀਂ ਆਇਆ ਜਾਂ ਮੈਨੂੰ ਇੱਥੋਂ ਲੰਘਣਾ ਨਹੀਂ ਪੈਣਾ। ਜਿੰਨੇ ਵੀ ਜੀਵ ਸੰਸਾਰ ਤੇ ਆਏ, ਹਰ ਜੀਵ ਨੂੰ ਇਸ ਸਮੁੰਦਰ ਵਿੱਚੋਂ ਲੰਘਣਾ ਪੈਣਾ। ਬਸ ਕੁਝ ਕੁ ਸ਼ਖਸ ਐਸੇ ਨੇ ਕਿ ਜਿਨ੍ਹਾਂ ਨੇ ਇੱਥੇ ਰਹਿੰਦਿਆਂ ਹੋਇਆਂ ਆਪਣਾ ਜੀਵਨ ਇਸ ਢੰਗ ਨਾਲ ਬਤੀਤ ਕੀਤਾ ਕਿ ਉਹਨਾਂ ਆਪਣੀ ਤਿਆਰੀ, ਆਪਣੀ ਜਿਹੜੀ ਨਾ ਕਰਦੇ ਰਹੇ ਕਿ ਅਸੀਂ ਜਾਣਾ ਸੰਸਾਰ ਤੋਂ, ਤੇ ਉਹ ਜਾਣ ਲਈ ਪ੍ਰਬੰਧ ਕਰਦੇ ਰਹੇ ਕਿਤੇ ਸੰਸਾਰ ਸਮੁੰਦਰ ਵਿੱਚ ਡੁੱਬ ਨਾ ਜਾਈਏ। ਕੁਝ ਜੀਵ ਐਸੇ ਸਨ ਤੇ ਕੁਝ ਜੀਵ ਐਸੇ ਸੀ ਜਿਨ੍ਹਾਂ ਨੇ ਇੱਥੇ ਆ ਕੇ ਆਪਣਾ ਆਪਾ ਸੰਸਾਰ ਦੀਆਂ ਸਮੁੰਦਰ ਦੀਆਂ ਲਹਿਰਾਂ 'ਚ ਇੰਨਾ ਕੁ ਖਚਤ ਕਰ ਲਿਆ, ਭੁੱਲ ਹੀ ਗਏ ਕਿ ਇਸੇ ਸਮੁੰਦਰ ਦੀਆਂ ਲਹਿਰਾਂ ਨੇ ਸਾਨੂੰ ਡੁੱਬ ਦੇਣਾ ਜੇ ਅਸੀਂ ਆਪਣੇ ਉਧਾਰ ਲਈ ਕੁਝ ਨਾ ਕੀਤਾ। ਸਤਿਗੁਰੂ ਦੀ ਬਾਣੀ ਨੇ ਬਾਰ-ਬਾਰ ਮਨੁੱਖ ਦੇ ਮਨ ਨੂੰ, ਮਨੁੱਖ ਦੇ ਹਿਰਦੇ ਨੂੰ ਝੰਜੋੜਦਿਆਂ ਆਖਿਆ ਸੀ, ਉਹ ਮਨੁੱਖਾ ਸਰੰਜਾਮ ਲਾਗ। ਰੋਜ਼ ਅਸੀਂ ਆਪਣੇ ਮਨ ਨੂੰ ਆਖਿਆ ਸਰੰਜਾਮ ਲਾਗ, ਸਰੰਜਾਮ ਲਾਗ। ਕਾਹਦੇ ਲਈ? ਭਵ ਜਲ ਤਰਨ ਕਹਿ। ਤੂੰ ਤਰਨਾ ਹੈ ਇਹ ਭਵ ਜਲ, ਇਹਦੇ 'ਚ ਡੁੱਬਣਾ ਨਹੀਂ ਹੈ। ਤਰਨ ਲਈ ਹਿੰਮਤ ਕਰਨੀ ਪੈਂਦੀ ਹੈ, ਡੁੱਬਣ ਲਈ ਕੋਈ ਹਿੰਮਤ ਨਹੀਂ ਕਰਨੀ ਪੈਂਦੀ। ਡੁੱਬ ਤੇ ਉਦਾਂ ਹੀ ਖੜਾ ਖੜੋਤਾ ਹੀ ਜਾਂਦਾ ਜੀਵ। ਜਦੋਂ ਤੈਰਨਾ ਹੋਵੇ ਨਾ ਉਦੋਂ ਮਿਹਨਤ ਕਰਨੀ ਪੈਂਦੀ ਹੈ, ਡੁੱਬਣ ਲਈ ਕੋਈ ਮਿਹਨਤ ਨਹੀਂ। ਡੁੱਬ ਤੇ ਅਸੀਂ ਵੀ ਰਹੇ ਹਾਂ, ਤੈਰਨ ਲਈ ਉਹ ਹਿੰਮਤ ਕਰਨੀ ਪੈਣੀ। ਇਸੇ ਕਰਕੇ ਮਾਲਕ ਨੇ ਆਖਿਆ ਸਰੰਜਾਮ ਲਾਗ। ਕਿਤੇ ਆਇਆ ਬਾਣੀ 'ਚ ਜਿੱਥੇ ਮਾਲਕ ਨੇ ਆਖਿਆ ਵੀ ਤੂੰ ਡੁੱਬਣ ਦਾ ਪ੍ਰਬੰਧ ਕਰ ਲਾ ਜਾਂ ਹਿੰਮਤ ਕਰ ਵੀ ਤੂੰ ਡੁੱਬ ਜਾਏ। ਹਰ ਜਗ੍ਹਾ ਉੱਤੇ ਬਾਣੀ ਨੇ ਇਹ ਗੱਲ ਆਖੀ, ਹਿੰਮਤ ਕਰ, ਮਸ਼ੱਕਤ ਕਰਕੇ ਉਧਾਰ ਹੋ ਜਾਏ, ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏ, ਤਰ ਜਾਏ ਇਹ ਭਵ ਜਲ ਸਾਗਰ ਨੂੰ। ਤੇ ਮਾਲਕ ਜੀ ਦੇ ਪ੍ਰਤੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ੋਭਾ ਵਿੱਚ ਬਚਨ ਆਖਦਿਆਂ ਕਹਿੰਦੇ ਭੱਟ ਜੀ, ਕਹਿੰਦੇ ਕੱਲ ਸਮੁੰਦਰ, ਆ ਜਿਹੜਾ ਕਲਯੁਗ ਦਾ ਸਮਾਂ, ਆ ਭਿਆਨਕ ਸਮਾਂ, ਵਿਕਾਰਾਂ ਵਿੱਚ ਵਿਹੜਿਆ ਹੋਇਆ ਜਿਹੜਾ ਸਮਾਂ ਨਾ, ਇਸ ਸਮੇਂ ਵਿੱਚ ਆ ਸੰਸਾਰ ਸਮੁੰਦਰ ਦੇ ਅੰਦਰ
ਗੁਰੂ ਅਰਜਨ ਸਾਹਿਬ ਜੀ ਜਿਹੜੇ ਨੇ ਨਾ, ਭਏ ਰੂਪ ਪ੍ਰਗਟ ਹਰ ਨਾਮ ਉਦਾਹਰਣ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਰੀ ਦਾ ਨਾਮ ਰੂਪ ਹੋ ਕਰਕੇ ਸੰਸਾਰ ਤੇ ਪ੍ਰਗਟ ਹੋਏ, ਸਿਰਫ ਇਸ ਕਰਕੇ ਕਿ ਆ ਸੰਸਾਰ ਸਮੁੰਦਰ ਵਿੱਚ ਜਿਹੜੇ ਜੀਵ ਡੁੱਬ ਰਹੇ ਨੇ ਉਹਨਾਂ ਦਾ ਸਹਾਰਾ ਰੂਪ ਬਣ ਕੇ ਤੇ ਉਹਨਾਂ ਦਾ ਉਧਾਰ ਕਰਨ ਲਈ। ਬਸੈ ਸੰਤ ਜਿਸ ਹਿਰਦੈ ਦੁੱਖ ਦਰਿਦਰ ਨਿਵਾਰਨ। ਤੇ ਜਿਹਦੇ ਹਿਰਦੇ ਵਿੱਚ ਗੁਰੂ ਸਾਹਿਬ ਦੀ ਫਿਰ ਯਾਦ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਚਿੰਤਨ ਵਸ ਜਾਂਦਾ, ਉਹਦੇ ਜੀਵਨ ਵਿੱਚੋਂ ਦੁੱਖ ਦਰਿਦਰ ਇਹ ਸਾਰੀਆਂ ਚੀਜ਼ਾਂ ਦਾ ਨਿਵਾਰਨ ਹੋ ਜਾਂਦਾ। ਦੁੱਖ ਕਿੰਨਾ ਚਿਰ ਨੇ, ਦਰਿਦਰੀ ਕਿੰਨਾ ਚਿਰ ਹੈ। ਦਲਿੱਦਰ ਦਾ ਮਤਲਬ ਹੁੰਦਾ ਗਰੀਬੀ। ਕਿੰਨਾ ਚਿਰ ਹੈ? ਜਿੰਨਾ ਚਿਰ ਸਾਨੂੰ ਅਮੀਰੀ ਵਿੱਚ ਜਿਉਣਾ ਨਹੀਂ ਆਉਂਦਾ। ਸੰਸਾਰਕ ਗਰੀਬੀ ਜਾਂ ਅਮੀਰੀ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ। ਜੇ ਬੰਦੇ ਦਾ ਹਿਰਦਾ ਹੀ ਅਮੀਰੀ ਚ ਹੈ ਨਾ, ਤੇ ਅਗਲਾ ਕੁੱਲੀਆਂ ਚ ਬੈਠਾ ਵੀ ਬਾਦਸ਼ਾਹ ਹੈ। ਫੁੱਟਪਾਥ ਤੇ ਸੁੱਤਾ ਵੀ ਏਦਾਂ ਜਿਵੇਂ ਮਹਾਰਾਜਾ ਸੁੱਤਾ ਹੋਵੇ। ਤੇ ਜੇ ਮਨ ਕਰਕੇ ਗਰੀਬੀ ਚ ਬੈਠਾ ਤੇ ਭਾਵੇਂ ਹੀਰਿਆਂ ਦੇ ਮਹਿਲਾਂ ਚ ਕਿਉਂ ਨਾ ਬੈਠਾ ਹੋਵੇ, ਫਿਰ ਵੀ ਕੁਰਲਾਉਂਦਾ ਵੀ ਅਜੇ ਤੇ ਆਈ ਕੁਛ ਨਹੀਂ ਮੇਰੇ ਕੋਲ। ਕਿੱਡੀ ਭਟਕਣਾ ਲੱਗੀ, ਕਿੰਨੀ ਭੱਜ ਦੌੜ ਲੱਗੀ, ਕਾਹਦੇ ਲਈ? ਹੋਰ ਜੋੜ ਲਾਂ, ਕਿਉਂਕਿ ਮਨ ਗਰੀਬ ਹੈ। ਗੁਰੂ ਨਾਨਕ ਦੇ ਘਰ ਨੇ ਗਰੀਬੀ ਸਿਖਾਈ, ਪਰ ਗੁਰੂ ਨਾਨਕ ਦੇ ਘਰ ਨੇ ਗਰੀਬੀ ਉਹ ਸਿਖਾਈ ਜਿਹਨੂੰ ਸਤਿਗੁਰੂ ਕਹਿੰਦੇ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ। ਆਹ ਗਰੀਬੀ ਸਿਖਾਈ। ਦੂਜੇ ਪਾਸੇ ਤੇ ਬਾਬੇ ਨਾਨਕ ਨੇ ਖੁਦ ਕਿਹਾ, ਘਾਲ ਖਾਏ ਕਿ ਹੱਥੋਂ ਦੇ ਨਾਨਕ ਰਾ ਪਛਾਣੈ ਸੇ। ਵੱਧ ਅਮੀਰੀ ਵੱਲ ਵਧਣ ਦਾ ਤਰੀਕਾ ਤੇ ਆਹੀ ਹੈ ਨਾ, ਤੂੰ ਮਿਹਨਤ ਕਰ, ਮਿਹਨਤ ਕਰੇਗਾ ਅਮੀਰੀ ਵੱਲ ਵੱਧ ਜਾਏਗਾ। ਜਿੱਦਣ ਮਿਹਨਤ ਕਰਕੇ ਅਮੀਰੀ ਵੱਲ ਵਧੇਗਾ ਉਦਣ ਖਿਆਲ ਰੱਖੀ ਕਿ ਹੱਥੋਂ ਦੇ ਉਹ ਹੀ ਸਕਦਾ ਜਿਹਦੇ ਕੋਲ ਆਪਣੇ ਜੋਗਾ ਵੀ ਹੈ ਤੇ ਆਪਣੇ ਤੋਂ ਨਾਲ ਨਾਲ ਉਹਦੇ ਕੋਲ ਇੰਨਾ ਕੁ ਵੀ ਹੈ ਕਿ ਉਹ ਦੂਜੇ ਦੀ ਸਹਾਇਤਾ ਵੀ ਕਰ ਸਕੇ। ਦੇ ਤੇ ਉਹ ਹੀ ਸਕਦਾ ਨਾ। ਜੇ ਬੰਦੇ ਦੀਆਂ ਆਪਣੀਆਂ ਹੀ ਲੋੜਾਂ ਪੂਰੀਆਂ ਨਾ ਹੁੰਦੀਆਂ ਹੋਣ ਤੇ ਉਹ ਦੂਜੇ ਨੂੰ ਕੀ ਦੇਗਾ? ਸੁਭਾਵਿਕ ਜਿਹੀ ਗੱਲ ਹੈ। ਜਿਸ ਬੰਦੇ ਨੂੰ ਇਹ ਚਿੰਤਾ ਬਣੀ ਹੋਵੇ ਵੀ ਸ਼ਾਮ ਨੂੰ ਮੈਂ ਆਪਣੇ ਘਰ 'ਚ ਕੀ ਲੈ ਕੇ ਆਉਣਾ, ਉਹ ਦੂਜੇ ਨੂੰ ਕੀ ਦੇਗਾ? ਉਹ ਕੀ ਆਖੇਗਾ ਵੀ ਲੈ ਸੱਜਣਾ ਮੇਰੇ ਘਰ 'ਚ ਵੀ ਆਟਾ ਕੋਈ ਨਹੀਂ, ਆ ਜਾ ਮੈਂ ਤੈਨੂੰ ਆਪਣੇ ਕੋਲੋਂ ਆਟਾ ਦੇਣਾ। ਉਹ ਕਿੱਥੋਂ ਦੇ ਦੇਗਾ? ਦਵੇਗਾ ਤੇ ਉਹ ਹੀ ਨਾ ਜਿਹਨੂੰ ਪਤਾ ਵੀ ਮੇਰੇ ਘਰ 'ਚ ਮੱਟੀ ਆਟੇ ਦੀ ਭਰੀ ਪਈ ਹੈ। ਜੇ ਕੋਈ ਆ ਕੇ ਮੇਰੇ ਤੋਂ 2 ਕੌਲੀਆਂ ਲੈ ਵੀ ਜਾਏਗਾ ਤੇ ਮੇਰਾ ਕੁਝ ਘਟਣ ਨਹੀਂ ਲੱਗਾ। ਜੇ ਕੋਈ 2 ਕਿਲੋ ਮੇਰੇ ਤੋਂ ਆ ਕੇ ਲੈ ਵੀ ਜਾਏਗਾ ਤੇ ਮੈਨੂੰ ਕੋਈ ਕਮੀ ਨਹੀਂ ਹੋਣੀ, ਕਿਉਂਕਿ ਅਗਾਂਹ ਮੇਰੇ ਕੋਲ ਹੋਰ ਪ੍ਰਬੰਧ ਕੀਤਾ ਪਿਆ, ਉਹ ਦੇ ਸਕਦਾ ਹੈ। ਤੇ ਜਿਹਨੂੰ ਆਪ ਚਿੰਤਾ ਬਣੀ ਵੀ ਲੱਗਦਾ ਸ਼ਾਮ ਨੂੰ ਮੰਗ ਕੇ ਹੀ ਲਿਆਉਣਾ ਪੈਣਾ, ਉਹ ਦੂਜੇ ਨੂੰ ਕੀ ਦੇਗਾ? ਬਾਬੇ ਨਾਨਕ ਨੇ ਦੋਵਾਂ ਚੀਜ਼ਾਂ, ਦੋਵਾਂ ਪੱਖਾਂ ਦੀ ਗੱਲ ਕੀਤੀ। ਜੇ ਤੇ ਸੰਸਾਰਕ ਜ਼ਿੰਦਗੀ ਦੀ ਗੱਲ ਆਈ ਤੇ ਫਿਰ ਤੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਐਸੇ ਹਾਲਾਤ ਵੀ ਬਣਦੇ ਜਦੋਂ ਸਿੱਖਾਂ ਨੇ ਪੁੱਛਿਆ ਸੀ ਵੀ ਸਤਿਗੁਰੂ ਤੁਸੀਂ ਕਹਿੰਦੇ ਹੋ ਮਾਇਆ ਤੋਂ ਉਪਰਾਮ ਰਹਿਣਾ ਚਾਹੀਦਾ, ਤੇ ਜੇ ਮੰਗਣੀ ਹੋਵੇ ਮਾਇਆ ਜਾਂ ਮਾਇਆ ਦੀ ਲੋੜ ਹੋਵੇ ਤੇ ਕਿੰਨੀ ਕੁ ਹੋਵੇ, ਜਾਂ ਮਾਇਆ ਕਿੰਨੀ ਕੁ ਸਿੱਖਾਂ ਕੋਲ ਹੋਣੀ ਚਾਹੀਦੀ ਹੈ, ਤੇ ਉਦੋਂ ਸਤਿਗੁਰੂ ਉਪਦੇਸ਼ ਦਿੰਦੇ ਆਖਦੇ ਨਾ ਵੀ ਭਾਈ ਜੇ ਮੰਗਣਾ ਤੇ ਇੰਨਾ ਕੁ ਮੰਗਿਆ ਕਰ ਕਿ ਮੇਰੇ ਘਰੋਂ ਕੋਈ ਭੁੱਖਾ ਨਾ ਮੁੜੇ। ਬਸ ਇੰਨਾ ਕੀ ਚਾਹੀਦਾ, ਇੰਨਾ ਕੁ ਚਾਹੀਦਾ ਵੀ ਜੁੜੇ ਕੁਛ ਨਾ, ਭੁੱਖਾ ਮੁੜੇ ਕੁਛ ਨਾ, ਕੋਈ ਨਾ, ਤੇ ਥੋੜੇ ਕਮੀ ਕੋਈ ਨਾ ਹੋਵੇ। ਨਾ ਥੋੜੇ ਨਾ ਜੁੜੇ ਤੇ ਨਾ ਭੁੱਖਾ ਮੁੜੇ। ਇੰਨਾ ਕੀ ਚਾਹੀਦਾ, ਇਸ ਤੋਂ ਵੱਧ ਕੇ ਮੈਂ ਕੀ ਕਰਨਾ? ਆਹੀ ਲੋੜ ਹੈ ਜ਼ਿੰਦਗੀ ਦੀ ਵੀ ਘਰ 'ਚ 4 ਪ੍ਰਾਹੁਣੇ ਆ ਜਾਣ ਤੇ ਉਹ ਸਾਰਿਆਂ ਨੂੰ ਤਸੱਲੀ ਬਖਸ਼ ਅਸੀਂ ਭੋਜਨ ਦੇ ਸਕੀਏ। ਮੈਨੂੰ ਕਿਸੇ ਥਾਂ ਤੇ ਧਨ ਦੀ ਲੋੜ ਹੋਵੇ ਤੇ ਮੈਂ ਹੱਥ ਨਾ ਅੱਡਦਾ ਫਿਰਾਂ, ਮੈਨੂੰ ਥੋੜੇ ਨਾ ਕਿਤੇ। ਤੇ ਜੇ ਮੈਂ ਕਹਾਂ ਵੀ ਹੁਣ ਜੋੜ ਕੇ ਖਜ਼ਾਨੇ ਭਰ ਲਾਂ ਤੇ ਸਤਿਗੁਰੂ ਉਹ ਵੀ ਕੋਈ ਲੋੜ ਨਹੀਂ, ਲੋੜਾਂ ਪੂਰੀਆਂ ਹੁੰਦੀਆਂ ਜਾਣ, ਮੈਨੂੰ ਕੀ ਚਾਹੀਦਾ, ਮੈਂ ਜੋੜ ਕੇ ਕੀ ਕਰਨੇ। ਬਸ ਏਦਾਂ ਦੀ ਜ਼ਿੰਦਗੀ ਇੱਕ ਸਿੱਖ ਦੀ ਹੈ, ਜੀਵਨ ਇੱਕ ਸਿੱਖ ਦਾ ਸੰਸਾਰਕ ਤੌਰ ਤੇ।
ਤੇ ਜਦੋਂ ਦੂਸਰੀ ਗਰੀਬੀ ਦੀ ਗੱਲ ਕੀਤੀ ਉਦੋਂ ਮਾਲਕ ਕਹਿੰਦੇ ਭਾਈ ਉਦੋਂ ਖੰਨਾ ਸਗਲ ਰੇਨ ਸ਼ਾਰੀ, ਸਾਰਿਆਂ ਦੇ ਚਰਨ ਧੂੜੀ ਰੇਨ ਬਣ ਜਾ, ਉਦੋਂ ਤੇਰੇ ਕੋਲ ਗਰੀਬੀ ਇਦਾਂ ਦੀ ਹੋਵੇ। ਸੰਸਾਰਕ ਅਮੀਰੀ ਨੂੰ ਠੁਕਰਾਇਆ ਨਹੀਂ ਬਾਬੇ ਨੇ, ਸੰਸਾਰਕ ਅਮੀਰੀ ਨੂੰ ਸਗੋਂ ਅਪਣਾਉਂਦਿਆਂ ਆਖਿਆ ਸੀ ਰੱਬ ਜੀ ਜਿੱਥੇ ਆ ਅਮੀਰੀ ਦਿੱਤੀ ਹੈ ਨਾ ਉੱਥੇ ਆਪਣਾ ਚਿੰਤਨ ਯਾਦ ਵੀ ਜ਼ਰੂਰ ਦਿਓ, ਕਿਉਂਕਿ ਜਿੰਨਾ ਚਿਰ ਤੁਹਾਡਾ ਚਿੰਤਨ ਹੈ ਨਾ ਯਾਦ ਹੈ ਉਹਨਾਂ ਚਿਰ ਮੈਂ ਬਾਦਸ਼ਾਹ ਹਾਂ। ਰਾਜਾ ਰੱਜੇ ਨੂੰ ਹੀ ਆਖਿਆ ਜਾਂਦਾ, ਭੁੱਖਾ ਰਾਜਾ ਨਹੀਂ ਹੈ। ਤੇ ਜਿਹੜਾ ਮਨ ਕਰਕੇ ਰੱਜ ਜਾਏ ਉਹ ਹੀ ਰਾਜਾ, ਨਹੀਂ ਤੇ ਤਖਤਾਂ ਦੇ ਉੱਤੇ ਬੈਠਿਆਂ ਦੂਜੇ ਦੇ ਤਖਤ ਖੋਹਦੇ ਫਿਰਦੇ, ਦੂਜਿਆਂ ਦੇ ਘਰਾਂ ਵਿਚਲੀਆਂ ਰੋਟੀਆਂ ਖੋਹਦੇ ਫਿਰਦੇ ਨੇ, ਉਹਨਾਂ ਨੂੰ ਅਸੀਂ ਰਾਜੇ ਕਿੱਥੋਂ ਆਖ ਦਾਂਗੇ? ਉਹ ਤੇ ਆਪ ਭੁੱਖਿਆਂ ਵਾਂਗੂ ਕੰਗਾਲ ਬੈਠੇ ਵੀ ਦੂਜਿਆਂ ਦੇ ਘਰ ਵਿਚਲੀਆਂ ਵੀ ਰੋਟੀਆਂ ਖੋਹਣ ਤੇ ਲੱਗੇ। ਤੇ ਇੱਕ ਉਹ ਹੈ ਜਿਹਦੇ ਘਰ 'ਚ ਆਪਣੀ ਰੋਟੀ ਨਹੀਂ ਬਣਦੀ, ਉਹ ਕਹਿੰਦਾ ਵੀ ਤੁਸੀਂ ਲਾ ਲਓ ਜਿਹੜਾ ਜ਼ੋਰ ਲਾਉਣਾ, ਆਪਾਂ ਨਹੀਂ, ਆਪਣੀ ਬਾਦਸ਼ਾਹੀ ਨੂੰ ਤੁਸੀਂ ਕਦੇ ਖੋਹ ਨਹੀਂ ਸਕਦੇ, ਕਿਉਂਕਿ ਮੈਂ ਮਨ ਕਰਕੇ ਬਾਦਸ਼ਾਹ, ਭੁੱਖਾ ਰਹਿ ਕੇ ਵੀ ਮੈਨੂੰ ਸਕੂਨ ਹੈ। ਸਤਿਗੁਰੂ ਜੀ ਨੇ ਅੱਜ ਆਖਿਆ ਜੋ ਭੱਟ ਜੀ ਆਖਦੇ, ਕਹਿੰਦੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੀ ਯਾਦ ਨੂੰ ਹਿਰਦੇ 'ਚ ਵਸਾ ਲਿਆ ਨਾ, ਆਪਣੇ ਹਿਰਦੇ 'ਚ ਟਿਕਾ ਲਿਆ, ਉਹਨਾਂ ਦੇ ਜੀਵਨ ਵਿੱਚੋਂ ਦੁੱਖ ਦਰਿਦਰ ਨਿਵਾਰਨ ਸਤਿਗੁਰੂ ਨੇ ਸਾਰੇ ਦੇ ਸਾਰੇ ਦੁੱਖ ਔਰ ਦਰਿਦਰ ਖਤਮ ਕਰਤੇ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਬਸੈ ਸੰਤ ਜਿਸ ਹਿਰਦੈ, ਜਿਸ ਹਿਰਦੇ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਯਾਦ, ਉਹਨਾਂ ਦਾ ਚਿੰਤਨ ਵਸ ਗਿਆ। ਨਿਰਮਲ ਭੇਖ ਅਪਾਰ, ਥਾਸ ਬਿਨ ਅਵਰ ਨ ਕੋਈ। ਮਨ ਬਚ ਜਿਨ ਜਾਣਿਓ, ਪਇਓ ਤੇ ਸਮਸਰ ਸੋਈ। ਫਿਰ ਕਹਿੰਦੇ ਸਤਿਗੁਰੂ ਅਰਜਨ ਦੇਵ ਜੀ ਆਪ ਜੀ ਦਾ ਜਿਹੜਾ ਭੇਖ, ਭੇਖ ਤੋਂ ਮਤਲਬ ਇੱਥੇ ਸਵਰੂਪ, ਆਪ ਜੀ ਦਾ ਜਿਹੜਾ ਰੂਪ ਹੈ ਉਹ ਕੀ ਹੈ? ਨਿਰਮਲ, ਮੈਲ ਤੋਂ ਰਹਿਤ ਹੈ, ਕੋਈ ਮੈਲ ਨਹੀਂ ਆਪ ਜੀ ਦੇ ਰੂਪ ਨੂੰ। ਤੇ ਆਪ ਜੀ ਦਾ ਰੂਪ ਉਸੇ ਤਰ੍ਹਾਂ ਮੈਲ ਤੋਂ ਰਹਿਤ ਹੈ, ਅਪਾਰ। ਜਿਵੇਂ ਅਪਾਰ ਪ੍ਰਮਾਤਮਾ ਨਾ, ਜਿਹਦਾ ਕੋਈ ਪਾਰਲਾ ਬੰਨਾ ਨਹੀਂ ਤੇ ਉਹਦਾ ਰੂਪ ਬੜਾ ਨਿਰਮਲ ਹੈ, ਮੈਲ ਤੋਂ ਰਹਿਤ ਹੈ, ਗੁਰੂ ਅਰਜਨ ਸਾਹਿਬ ਜੀ ਤੈਸਾ ਹੀ ਆਪ ਜੀ ਦਾ ਰੂਪ ਹੈ। ਨਿਰਮਲ ਭੇਖ ਅਪਾਰ, ਤਾਸ ਬਿਨ ਅਵਰ ਨਾ ਕੋਈ। ਨਿਰਮਲ ਭੇਖ ਅਪਾਰ, ਤੁਹਾਡਾ ਜਿੱਥੇ ਭੇਖ ਅਪਾਰ ਨਿਰਮਲ ਹੈ ਨਾ, ਤੁਹਾਡੇ ਤੋਂ ਬਿਨਾ ਉੱਥੇ ਹੈ ਵੀ ਕੋਈ ਨਹੀਂ। ਕਿਹੜਾ ਆਪ ਜੀ ਵਰਗਾ? ਨਾ ਹੀ ਕੋਈ ਆਪ ਜੀ ਵਰਗਾ ਦੂਸਰਾ ਹੈ ਤੇ ਨਾ ਹੀ ਕਿਸੇ ਦਾ ਭੇਖ ਆਪ ਜੀ ਵਰਗਾ, ਸਵਰੂਪ ਆਪ ਜੀ ਵਰਗਾ। ਹਰ ਜੀਵ ਮੈਲ ਨਾਲ ਭਰਿਆ, ਕਰਮਾਂ ਦੀ, ਵਿਕਾਰਾਂ ਦੀ। ਕੋਈ ਜੀਵ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਅੱਜ ਤੱਕ ਆਪਣੇ ਜੀਵਨ ਵਿੱਚ ਮੈਲ ਨਾ ਖੱਟੀ ਹੋਵੇ। ਕੋਈ ਦਾਅਵਾ ਨਹੀਂ ਕਰ ਸਕਦਾ ਸਿਵਾਏ ਇੱਕ ਗੁਰੂ ਤੋਂ। ਕਿਉਂਕਿ ਜ਼ਿੰਦਗੀ ਦੀ ਜਦੋਂ ਸ਼ੁਰੂਆਤ ਹੁੰਦੀ ਨਾ, ਉੱਥੋਂ ਹੀ ਜੀਵ ਮੈਲ ਇਕੱਠੀ ਕਰਨੀ ਸ਼ੁਰੂ ਕਰ ਲੈਂਦਾ। ਜਦੋਂ ਸ਼ੁਰੂਆਤ ਹੋਈ, ਬਸ ਫਰਕ ਇੰਨਾ ਸੀ, ਸ਼ੁਰੂ ਵਿੱਚ ਥੋੜੀ ਸੀ, ਜਿਵੇਂ ਜਿਵੇਂ ਜ਼ਿੰਦਗੀ ਵਿੱਚ ਅਗਾਂਹ ਵੱਧਦਾ ਗਿਆ ਮੈਲ ਵੱਧ ਇਕੱਠੀ ਕਰਨ ਲੱਗ ਪਿਆ, ਪਰ ਇਕੱਠੀ ਮੈਲ ਹੀ ਕੀਤੀ ਹੈ। ਹਾਂ, ਉਹ ਵੱਖਰੀ ਬਾਤ ਹੈ ਕਿ ਮੈਲ ਇਕੱਠੀ ਕਰਦਾ ਕਰਦਾ ਗੁਰੂ ਦਰ ਤੇ ਆ ਗਿਆ, ਗੁਰੂ ਦਰ ਤੇ ਆ ਕੇ ਹੁਣ ਨਿਰਮਲ ਹੋ ਗਿਆ। ਪਰ ਪਹਿਲੀ ਮੈਲ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨੇ ਇਕੱਠੀ ਨਹੀਂ ਕੀਤੀ। ਛੁਟਕਾਰਾ ਹੋ ਗਿਆ, ਗੁਰੂ ਦਰ ਤੇ ਆਇਆ ਹੋਇਆ ਆ ਕੇ ਇਹ ਕਹਿ ਦੇਗਾ ਵੀ ਸਤਿਗੁਰੂ ਆਪ ਜੀ ਕਿਰਪਾ ਕਰੋ, ਨਿਰਮਲ ਕਰ ਦਿਓ, ਮੇਰੀ ਮੈਲ ਤੋਂ ਮੇਰਾ ਛੁਟਕਾਰਾ ਕਰ ਦਿਓ। ਗੁਰੂ ਕਿਰਪਾ ਕਰੇ ਨਿਰਮਲ ਹੋ ਜਾਏ ਜੀਵ, ਨਿਰਮਲਤਾਈ ਨਾਲ ਭਰ ਗਿਆ, ਉਹਦੀ ਮੈਲ ਮੁੱਕ ਗਈ। ਪਰ ਉਹ ਜੀਵ ਵੀ ਹੁਣ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਜੀਵਨ 'ਚ ਮੈਲ ਨਹੀਂ ਖੱਟੀ ਸੀ। ਖੱਟੀ ਹੈ, ਗੁਰੂ ਦਰ ਤੇ ਆ ਕੇ ਨਿਰਮਲਤਾ ਹੀ ਮਿਲੀ। ਪਰ ਧੰਨ ਗੁਰੂ ਅਰਜਨ ਦੇਵ ਜੀ ਆਪ ਜੀ ਦਾ ਰੂਪ ਹੈ ਹੀ ਮੈਲ ਤੋਂ ਰਹਿਤ। ਦੇਖੋ ਨਾ, ਸਤਿਗੁਰੂ ਅਰਜਨ ਪਾਤਸ਼ਾਹ ਦਾ ਇਤਿਹਾਸ ਹੀ ਪੜ੍ਹ ਲਓ। ਬਾਬਾ ਪ੍ਰਿਥੀ ਚੰਦ ਉਮਰ 'ਚ ਵੱਡੇ, ਗੁਰੂ ਅਰਜਨ ਸਾਹਿਬ ਛੋਟੇ। ਬਾਬਾ ਪ੍ਰਿਥੀ ਚੰਦ ਦਾ ਜ਼ੋਰ ਲੱਗਾ ਹੋਇਆ ਧਨ ਜੋੜਨ ਤੇ, ਮੈਲ ਇਕੱਠੀ ਕਰਨ ਤੇ ਗੁਰੂ ਅਰਜਨ ਸਾਹਿਬ ਨੇ ਉਦੋਂ ਵੀ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਉਦੋਂ ਵੀ ਨਿਰਮਲਤਾ ਹੀ।
ਉਹਨਾਂ ਦਾ ਜ਼ੋਰ ਲੱਗਾ ਕਿ ਜਿੰਨਾ ਧਨ ਦੌਲਤ ਆਉਂਦਾ ਸਾਰਾ ਕੁਝ ਮੈਂ ਆਪਣੇ ਕੋਲ ਰੱਖਾਂ। ਔਰ ਕਿਤੇ ਪੜੋ ਇਤਿਹਾਸ ਦੇ ਪੰਨੇ ਗਵਾਹੀ ਭਰਦੇ ਕਿ ਲੈਣ ਦੇਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਵੇਲੇ ਸਾਰੀ ਬਾਬਾ ਪ੍ਰਿਥੀ ਚੰਦ ਜੀ ਨਿਭਾਉਂਦੇ ਸਨ। ਸਾਰੀ ਦੀ ਸਾਰੀ ਜ਼ਿੰਮੇਵਾਰੀ, ਕਿਸੇ ਕੋਲੋਂ ਕਿੰਨਾ ਧਨ ਲੈਣਾ ਉਹ ਬਾਬਾ ਪ੍ਰਿਥੀ ਚੰਦ ਦੀ ਜ਼ਿੰਮੇਵਾਰੀ, ਕਿਸੇ ਨੂੰ ਕਿੰਨਾ ਧਨ ਦੇਣਾ ਉਹ ਵੀ ਜ਼ਿੰਮੇਵਾਰੀ ਪ੍ਰਿਥੀ ਚੰਦ ਜੀ ਦੀ। ਔਰ ਉਹ ਧਨ ਲੈਂਦਿਆਂ ਦੇਂਦਿਆਂ ਮਨ ਵਿਕਾਰਾਂ ਨਾਲ ਭਰ ਗਿਆ। ਉਹ ਵਿਕਾਰਾਂ ਨਾਲ ਭਰੇ ਮਨ ਨੇ ਕੀ ਕੀਤਾ? ਮੈਲ ਇਕੱਠੀ ਕੀਤੀ, ਲੋਭ ਨਾਲ ਭਰ ਗਏ, ਲਾਲਚ ਨਾਲ ਭਰ ਗਏ। ਗੁਰੂ ਅਰਜਨ ਸਾਹਿਬ ਜੀ ਉਦੋਂ ਵੀ ਨਿਰਲੇਪ, ਕੋਈ ਮੈਲ ਨਹੀਂ ਜੀਵਨ ਵਿੱਚ। ਨਿਰਮਲ ਰੂਪ, ਆਪ ਜੀ ਦਾ ਰੂਪ ਜਿਹੜਾ ਉਹ ਨਿਰਮਲ ਹੈ। ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ। ਆਪ ਜੀ ਤੋਂ ਬਿਨਾ ਦੂਜਾ ਕੋਈ ਐਸਾ ਨਹੀਂ ਜਿਹੜਾ ਨਿਰਮਲਤਾਈ ਦਾ ਰੂਪ ਹੋਵੇ, ਜਿਹਦਾ ਰੂਪ ਮੈਲ ਤੋਂ ਰਹਿਤ ਹੋਵੇ। ਧੰਨ ਗੁਰੂ ਅਰਜਨ ਦੇਵ ਜੀ ਸਿਰਫ ਆਪ ਜੀ ਦਾ ਹੀ ਸਵਰੂਪ ਹੈ। ਤੇ ਨਾਲ ਇਹ ਗੱਲ ਜ਼ਰੂਰ ਆਖੀ, ਕਹਿੰਦੇ ਜਿਨ੍ਹਾਂ ਨੇ ਮਨ ਬਚ ਜਿਨ ਜਾਣਿਓ, ਜਿੰਨਾ ਮਨ ਕਰਕੇ ਬਚਨਾ ਕਰਕੇ, ਜਾਂ ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਲਈਏ ਵੀ ਜਿਨ੍ਹਾਂ ਨੇ ਆਪਣੇ ਹਿਰਦੇ ਕਰਕੇ ਪ੍ਰਭੂ ਪਰਮਾਤਮਾ ਨੂੰ, ਗੁਰੂ ਅਰਜਨ ਸਾਹਿਬ ਜੀ ਆਪ ਜੀ ਨੂੰ ਆਰਾਧਨਾ ਸ਼ੁਰੂ ਕਰ ਲਿਆ ਨਾ, ਭਇਓ ਤੇ ਸੰਸਰ ਸੋਈ, ਉਹ ਆਪ ਜੀ ਦੇ ਬਰਾਬਰ ਹੀ ਬਣ ਗਏ। ਮਤਲਬ ਆਪ ਜੀ ਦਾ ਸਵਰੂਪ ਬਣ ਗਏ ਉਹ ਜੀਵ ਜਿਨ੍ਹਾਂ ਨੇ ਮਨ ਬਚ ਜਿਨ ਜਾਣਿਓ, ਜਿਨ੍ਹਾਂ ਨੇ ਮਨ ਕਰਕੇ ਬਚਨਾ ਕਰਕੇ ਆਪ ਜੀ ਨੂੰ ਜਾਣ ਲਿਆ, ਆਪਣੇ ਹਿਰਦੇ ਕਰਕੇ ਮਨ ਤੇ ਬਚਨਾ ਦੁਆਰਾ ਆਪ ਜੀ ਨੂੰ ਜਾਣ ਲਿਆ। ਸਤਿਗੁਰੂ ਪਾਤਸ਼ਾਹ ਉਹ ਆਪ ਜੀ ਦੇ ਵਰਗੇ ਹੀ ਬਣ ਗਏ। ਐਵੇਂ ਨਹੀਂ ਭਗਤ ਕਬੀਰ ਸਾਹਿਬ ਨੇ ਆਪਣੇ ਬਚਨਾਂ 'ਚ ਆਖਿਆ ਸੀ, ਪਾਨੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿੱਦਾਂ ਅਕਾਲ ਪੁਰਖ ਆਪ ਹੈ ਨਾ, ਉਹਦਾ ਸੇਵਕ ਵੀ ਉਦਾਂ ਦਾ ਹੀ ਚਾਹੀਦਾ। ਸ਼ੁਰੂਆਤ ਭਾਵੇਂ ਇੱਥੋਂ ਹੁੰਦੀ ਹੈ, ਰੋੜਾ ਹੋਏ ਰਹੋ ਬਾਟਕਾ। ਇਹਨਾਂ ਸ਼ਲੋਕਾਂ ਦੀ ਨਾ ਇੱਕ ਲੜੀ ਹੈ ਵੀ ਜਦੋਂ ਅਸੀਂ ਰੱਬ ਦੇ ਘਰ ਵੱਲ ਤੁਰਨਾ ਨਾ, ਸ਼ੁਰੂਆਤ ਇੱਕ ਰੋੜਾ ਬਣ ਕੇ ਹੀ ਹੋਣੀ। ਪਹਿਲੋਂ ਆਪਣੇ ਆਪ ਨੂੰ ਇੰਨਾ ਕੁ ਨੀਵਾਂ ਲੈ ਕੇ ਆਉਣਾ ਪੈਣਾ ਵੀ ਮੈਂ ਕਿਸੇ ਦੇ ਪੈਰਾਂ ਦੇ ਵਿਚਲਾ ਰੋੜਾ ਵੀ ਬਣ ਜਾਂ ਤੇ ਮੈਨੂੰ ਕੋਈ ਚਿੰਤਾ ਨਹੀਂ। ਪਰ ਇਹ ਨਹੀਂ ਵੀ ਰੋੜਾ ਬਣ ਗਿਆ ਤੇ ਮੇਰੀ ਮੰਜ਼ਲ ਮਿਲ ਗਈ, ਅਜੇ ਤਾਂ ਸ਼ੁਰੂਆਤ ਹੋਈ ਹੈ। ਰੋੜੇ ਤੋਂ ਫਿਰ ਖੇਹ ਹੋਣਾ, ਫਿਰ ਖੇਹ ਤੋਂ ਪਾਣੀ ਬਣਨਾ, ਫਿਰ ਪਾਣੀ ਤੋਂ ਜਾ ਕੇ ਕਿਤੇ ਰੱਬ ਦੇ ਵਰਗਾ ਬਣਨਾ। ਤੇ ਜਿਹੜਾ ਰੱਬ ਵਰਗਾ ਬਣੇਗਾ ਉਹ ਹੀ ਰੱਬ ਦਾ ਸੇਵਕ ਹੈ, ਉਹ ਤੋਂ ਬਿਨਾਂ ਨਹੀਂ। ਤੇ ਭੱਟ ਜੀ ਕਹਿੰਦੇ ਜਿੰਨਾ ਮਨ ਬਚ ਕਰਕੇ ਜਾਣ ਲਿਆ, ਮਨ ਕਰਕੇ ਬਚਨਾ ਕਰਕੇ ਜਿੰਨਾ ਜਾਣ ਲਿਆ, ਭਇਓ ਤੇ ਸੰਸਰ ਸੋਈ, ਉਹ ਸਾਰੇ ਦੇ ਸਾਰੇ ਜਿਨ੍ਹਾਂ ਨੇ ਵੀ ਜਾਣਿਆ ਗੁਰੂ ਅਰਜਨ ਸਾਹਿਬ ਜੀ, ਉਹ ਸਾਰੇ ਆਪ ਜੀ ਵਰਗੇ ਹੀ ਬਣ ਗਏ। ਮਤਲਬ ਧੰਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਆਪ ਜੀ ਦੀ ਸਿੱਖਿਆ ਨੂੰ, ਆਪ ਜੀ ਦੀ ਸਿੱਖੀ ਨੂੰ, ਆਪ ਜੀ ਦੇ ਸਿਧਾਂਤਾਂ ਨੂੰ, ਆਪ ਜੀ ਦੇ ਉਪਦੇਸ਼ਾਂ ਨੂੰ, ਆਪ ਜੀ ਦੇ ਦਰਸਾਏ ਮਾਰਗ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਸਤਿਗੁਰੂ ਜੀ ਉਹ ਸਾਰੇ ਹੀ ਆਪ ਜੀ ਵਰਗੇ ਬਣ ਗਏ। ਉਹਨਾਂ ਵਿੱਚ ਤੇ ਆਪ ਜੀ ਵਿੱਚ ਰਤਾ ਮਾਤਰ ਭੇਤ ਨਾ ਰਿਹਾ, ਉਹ ਸਾਰੇ ਆਪ ਜੀ ਦਾ ਸਰੂਪ ਬਣ ਗਏ ਤੇ ਆਪ ਜੀ ਵਿੱਚ ਹੀ ਲੀਨਤਾ ਹਾਸਲ ਕਰ ਗਏ। ਠੀਕ ਉਸੇ ਤਰ੍ਹਾਂ ਜਿਵੇਂ ਗੰਗਾ ਕੈ ਸੰਗ ਸਰਤਾ ਬਿਗਰੀ, ਸੋ ਸਰਤਾ ਗੰਗਾ ਹੋਏ ਨਿਬਰੀ। ਉਸੇ ਤਰ੍ਹਾਂ ਜਿਵੇਂ ਪਾਰਸ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਗਤ ਕਬੀਰ ਸਾਹਿਬ ਨੇ ਜ਼ਿਕਰ ਕੀਤਾ ਤੇ ਆਖਿਆ, ਸੰਤਾਂ ਸੰਗ ਕਬੀਰਾ ਬਿਗਰਿਓ, ਸੋ ਕਬੀਰਾ ਰਾਮੈ ਹੋਏ ਨਿਬਰਿਓ। ਸਤਿਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਆਪ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਕਮਾਇਆ, ਉਹ ਆਪ ਜੀ ਵਿੱਚ ਹੀ ਲੀਨ ਹੋ ਗਏ। ਹੁਣ ਗੰਗਾ ਵਿੱਚ ਡਿੱਗਣ ਵਾਲਾ ਪਾਣੀ ਸਾਫ਼ ਤੇ ਸੁਥਰਾ ਨਹੀਂ ਹੈ। ਕਿੰਨੇ ਨਾਲਿਆਂ ਦਾ, ਕਿੰਨੇ ਗੰਦੇ ਪਾਣੀ ਜਾ ਕੇ ਉਹਦੇ 'ਚ ਡਿੱਗਦੇ, ਉਹਨਾਂ ਚਿਰ ਹੀ ਗੰਦੇ ਨੇ ਜਿੰਨਾ ਚਿਰ ਗੰਗਾ ਵਿੱਚ ਮਿਲ ਨਹੀਂ ਗਏ। ਜਦੋਂ ਮਿਲ ਗਏ ਉਹ ਵੀ ਗੰਗਾ ਦਾ ਹੀ ਬਣ ਗਏ। ਹੁਣ ਕਿਸੇ ਇਹ ਥੋੜੀ ਕਿ ਫਲਾਣੇ ਟੋਬੇ ਦਾ ਪਾਣੀ ਹੈ ਜਾਂ ਫਲਾਣੇ ਛੱਪੜ ਦਾ ਪਾਣੀ ਹੈ, ਨਹੀਂ, ਅਗਲੇ ਇਹੀ ਆਖਿਆ ਗੰਗਾ ਦਾ ਜਲ ਹੈ ਤੇ ਪਾਕ ਤੇ ਪਵਿੱਤਰ ਹੈ। ਭਾਵੇਂ ਜਿੰਨਾ ਮਰਜੀ ਗੰਦਲਾ ਭਰਿਆ ਹੋਵੇ ਪਾਣੀ, ਕੀ ਆਖਿਆ? ਪਾਕ ਤੇ ਪਵਿੱਤਰ ਹੈ। ਕਿੰਨੇ ਪਾਣੀਆਂ ਦੇ ਜਿਹੜੇ ਸੋਮੇ ਸਨ ਜਾਂ ਕਿੰਨੇ ਨਦੀਆਂ ਨਾਲਿਆਂ ਰਾਹੀਂ ਗੰਗਾ ਨਦੀ 'ਚ ਪਾਣੀ ਸੁੱਟਿਆ ਗਿਆ, ਪਰ ਉਹ ਸਾਰੇ ਗੰਗਾ ਦਾ ਰੂਪ ਬਣ ਗਏ।
ਭਾਵੇਂ ਕਰਮ ਜਿੱਦਾਂ ਦੇ ਮਰਜ਼ੀ ਨੇ ਸਾਡੇ, ਮੈਲੇ ਆ ਮੱਲ ਭਰੇ ਨੇ, ਪਰ ਜਿੱਦਣ ਗੁਰੂ ਅਰਜਨ ਸਾਹਿਬ ਨਾਲ ਮੇਲ ਹੋਏਗਾ ਉਦਣ ਸਾਰੇ ਹੀ ਕਰਮਾਂ ਤੇ ਪੜਦਾ ਸਤਿਗੁਰੂ ਆਪ ਪਾ ਲੈਂਦੇ ਤੇ ਆਪਣੇ ਵਰਗਾ ਸਵਰੂਪ, ਆਪਣਾ ਜਿਹੜਾ ਰੂਪ ਹੈ ਨਾ, ਉਹ ਧੰਨ ਗੁਰੂ ਅਰਜਨ ਸਾਹਿਬ ਬਖਸ਼ ਦਿੰਦੇ ਹਨ। ਤਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹਿਓ ਪਰ, ਭਨ ਮਥੁਰਾ ਕਸ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਫਿਰ ਕਹਿੰਦੇ ਧਰਨ, ਨੰਨੇ ਨੂੰ ਸਿਹਾਰੀ, ਧਰਨ ਗਗਨ ਨਵ ਖੰਡ ਮਹਿ, ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ, ਬ੍ਰਹਿਮੰਡ ਵਿੱਚ ਵੀ, ਸਾਰੀਆਂ ਥਾਵਾਂ ਦੇ ਉੱਤੇ, ਸਾਰੇ ਜਹਾਨ ਵਿੱਚ, ਹਰ ਜਗ੍ਹਾ ਦੇ ਉੱਤੇ, ਇੱਕ ਇੱਕ ਕਣ ਵਿੱਚ ਕਹਿ ਲਈਏ, ਜੋਤ ਸਵਰੂਪੀ ਰਹਿਓ ਭਰ। ਗੁਰੂ ਹੀ ਹੈ ਜਿਹੜੇ ਜੋਤ ਰੂਪ ਹੋ ਕਰਕੇ ਸਾਰੇ ਦੇ ਸਾਰੇ ਬ੍ਰਹਿਮੰਡ ਵਿੱਚ ਭਰੇ ਹੋਏ ਨੇ, ਪੂਰੇ ਹੋਏ ਨੇ, ਜਾਂ ਇਉਂ ਕਹਿ ਲਈਏ ਜੋਤ ਰੂਪ ਹੋ ਕੇ ਵਰਤ ਰਹੇ ਨੇ ਗੁਰੂ ਸਾਹਿਬ ਆਪ। ਤੇ ਭੰਨ ਮਥੁਰਾ ਕਛ ਭੇਦ ਨਹੀਂ, ਤੇ ਮਥੁਰਾ ਜੀ ਕਹਿੰਦੇ ਆਖ ਰਹੇ ਕਛ ਭੇਦ ਨਹੀਂ, ਕੋਈ ਭੇਦ ਨਹੀਂ ਹੈ। ਕਿਹਦੇ ਵਿੱਚ? ਗੁਰੂ ਅਰਜਨ ਦੇਵ ਤੇ ਧੰਨ ਗੁਰੂ ਅਰਜਨ ਸਾਹਿਬ ਦੇ ਨਾਲ ਨਾਲ ਉਹ ਅਕਾਲ ਪੁਰਖ ਪਰਮੇਸ਼ਵਰ। ਕਹਿੰਦੇ ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜੁਨ ਪ੍ਰਤੱਖ ਹਰ। ਉਹ ਗੁਰੂ ਅਰਜਨ ਸਾਹਿਬ ਖੁਦ ਆਪ ਪ੍ਰਤੱਖ ਹਰੀ ਦਾ ਰੂਪ ਨੇ ਉਹਨਾਂ ਦੇ ਵਿੱਚ, ਤੇ ਅਕਾਲ ਪੁਰਖ ਵਿੱਚ ਕੋਈ ਰਤਾ ਮਾਤਰ ਭੇਦ ਨਹੀਂ ਹੈ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਕੋਈ ਭੇਦ ਨਹੀਂ, ਇੱਕ ਰਤਾ ਮਾਤਰ ਵੀ ਫਰਕ ਨਹੀਂ ਹੈ ਗੁਰੂ ਅਰਜਨ ਸਾਹਿਬ ਤੇ ਆਪ ਪਰਮੇਸ਼ਵਰ ਦੇ ਵਿੱਚ। ਵੇਖੋ, ਪੰਜ ਗੁਰੂ ਸਾਹਿਬਾਨਾਂ ਦੇ ਪ੍ਰਤੀ ਆਪਾਂ ਭੱਟ ਸਾਹਿਬਾਨਾਂ ਦੇ ਉਚਾਰੇ ਬੋਲ ਜਿਹੜੇ ਉਹਨਾਂ ਨੂੰ ਵਿਚਾਰਦੇ ਆ ਰਹੇ ਹਾਂ ਪਿਛਲੇ ਦੇ ਸਮੇਂ ਤੋਂ। ਗੁਰੂ ਨਾਨਕ ਸਾਹਿਬ ਦੀ ਜਦੋਂ ਸ਼ੋਭਾ ਕੀਤੀ, ਉਹਨਾਂ ਦੀ ਵਡਿਆਈ ਕਰਦਿਆਂ ਭੱਟ ਸਾਹਿਬਾਨ ਇਹ ਆਖ ਗਏ ਕਿ ਗੁਰੂ ਨਾਨਕ ਸਾਹਿਬ ਜੀ ਜਿੰਨੇ ਵੀ ਲੋਕ, ਚਾਹੇ ਉਹ ਦੇਵ ਲੋਕ ਨੇ, ਚਾਹੇ ਆਮ ਲੋਕ ਨੇ, ਤੇ ਚਾਹੇ ਰਾਖਸ਼ ਨੇ, ਉਹ ਸਾਰਿਆਂ ਨੇ ਇਸ਼ਟ ਆਪਣਾ ਆਪਣਾ ਅਰਾਧਿਆ, ਪਰ ਜਿਹੜੇ ਆਪਣੇ ਇਸ਼ਟ ਨੂੰ ਅਰਾਧਨ ਵਾਲੇ ਨਾ, ਉਹ ਸਾਨੂੰ ਏਦਾਂ ਲੱਗਦਾ ਕਿ ਆਪ ਜੀ ਨੂੰ ਹੀ ਅਰਾਧ ਰਹੇ ਨੇ। ਮਤਲਬ ਤੁਸੀਂ ਖੁਦ ਰੱਬ ਦਾ ਰੂਪ ਹੋ। ਸਿਰਫ ਸ਼ਬਦਾਵਲੀ ਬਦਲੀ, ਹਰ ਗੁਰੂ ਸਾਹਿਬਾਨ ਦੇ ਪ੍ਰਤੀ ਉਚਾਰਨ ਕਰਦਿਆਂ ਹੋਇਆਂ ਰੂਪ ਇੱਕੋ ਹੀ ਪ੍ਰਗਟ ਆਇਆ। ਗੁਰੂ ਅੰਗਦ ਸਾਹਿਬ ਦੇ ਵੇਲੇ ਵੀ ਇਸੇ ਤਰ੍ਹਾਂ, ਗੁਰੂ ਅਮਰਦਾਸ ਸਾਹਿਬ ਦੇ ਵੇਲੇ ਆਖਿਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਗੁਰੂ ਰਾਮਦਾਸ ਪਾਤਸ਼ਾਹ ਦੇ ਵੇਲੇ ਆਖਿਆ ਖੁਦ ਗੁਰੂ ਨਾਨਕ ਸਾਹਿਬ ਦਾ ਰੂਪ ਨੇ ਧੰਨ ਗੁਰੂ ਰਾਮਦਾਸ। ਤੇ ਅੱਜ ਗੁਰੂ ਅਰਜਨ ਸਾਹਿਬ ਦੀ ਸ਼ੋਭਾ ਕਰਦੇ ਆਖਦੇ ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜੁਨ ਪ੍ਰਤੱਖ ਹਰ। ਖੁਦ ਪਰਮੇਸ਼ਵਰ ਦਾ ਰੂਪ ਨੇ ਧੰਨ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਤੇ ਪਰਮੇਸ਼ਵਰ ਵਿੱਚ ਕੋਈ ਫਰਕ ਨਹੀਂ। ਇਸ ਲਈ ਅਸੀਂ ਆਪਣੇ ਕਰਮ ਚੰਗੇ ਸਮਝੀਏ ਕਿ ਐਸੇ ਗੁਰੂ ਦਾ ਮੇਲ ਮਿਲਾਪ ਸਾਨੂੰ ਹੋਇਆ, ਤੇ ਐਸੇ ਗੁਰੂ ਜੀ ਦਾ ਬਖਸ਼ਿਸ਼ ਕੀਤਾ ਖਜ਼ਾਨਾ ਅੱਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਰੂਪ ਵਿੱਚ ਹੈ, ਤੇ ਅਸੀਂ ਇਸ ਖਜ਼ਾਨੇ ਦੀ ਸੰਭਾਲ ਕਰੀਏ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਵਾਰਨੇ ਜਾਈਏ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ। ਗੁਰ ਕਉ ਬਲ ਬਲ ਜਾਈਐ, ਐਸੇ ਗੁਰ ਕਉ ਬਲ ਬਲ ਜਾਈਐ।
ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ। ਤਰਨ ਗਗਨ ਨਵ ਖੰਡ ਮਹਿ, ਜੋਤ ਸਭ ਰੂਪੀ ਰਹਿਓ ਪਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤਾਖਿਆ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।